ਗੁਰੂ ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਗਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰਾ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ। ਦੋਹਰਾ ਸੁਣ ਸ੍ਰੀ ਗੁਰੂ ਗੋਬਿੰਦ ਸਿੰਘ ਕਹਿਓ ਇਹ ਤੁਮ ਕਹਾਂ ਕਰਨ ਕੋ ਚਹਿਓ ਸਤਿਗੁਰ ਰਾਮਦਾਸ ਜਿਸ ਬੰਸ ਲੀਨਸ ਜਨਮ ਮਾਨਸਰ ਹੰਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਪਿਆਰਿਓ ਚੱਲਦੇ ਹੋਏ ਕੋਟਕਪੂਰੇ ਤੋਂ ਅੱਗੇ ਚਲੇ ਹਨ ਤੇ ਅੱਗੇ ਚੱਲਦੇ ਹੋਏ ਢਿਲਮਾ ਪਿੰਡ ਪਹੁੰਚੇ ਹਨ ਤੇ ਢਿਲਮਾ ਵਿੱਚ ਸੋਢੀ ਵੰਸ਼ ਦਾ ਪਰਿਵਾਰ ਰਹਿੰਦਾ ਹੈ। ਪ੍ਰਿਥੀ ਚੰਦ ਦਾ ਪਰਿਵਾਰ ਰਹਿੰਦਾ ਜਿਨ੍ਹਾਂ ਦਾ ਪੁੱਤਰ ਇਸ ਵੇਲੇ ਕੌਲ ਰਾਏ ਹੈ। ਤੇ ਜਿਸ ਵੇਲੇ ਕੌਲ ਰਾਏ ਨੇ ਸਤਿਗੁਰਾਂ ਦੇ ਆਉਣ ਦਾ ਪਤਾ ਲੱਗਿਆ ਤੇ ਉਹ ਜਲਦੀ ਜਲਦੀ ਕਹਿੰਦੇ ਮਿਲਣ ਵਾਸਤੇ ਗਿਆ ਤੇ ਉਹਦੇ ਉਂਗਲ ਵਿੱਚ ਇੱਕ ਘਾਹ ਦੀ ਤਿੜ ਜੀ ਬੰਨੀ ਹੋਈ ਸੀ ਮੁੰਦਰੀ ਜੀ ਬਣਾ ਕੇ। ਤੇ ਜਿਸ ਵੇਲੇ ਗੁਰੂ ਪਿਆਰਿਓ ਸਤਿਗੁਰਾਂ ਦੀ ਨਿਗਾਹ ਪਈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਆ ਉਂਗਲ 'ਚ ਕੀ ਬੰਨੇ ਆ? ਕਹਿੰਦਾ ਜੀ ਇਹ ਤਾਂ ਘਾਹ ਦੀ ਛਾਪ ਜੀ ਬੰਨੀ ਆ। ਕਾਹਦੇ ਵਾਸਤੇ? ਕਹਿੰਦੇ ਉਹ ਸਾਡੇ ਪੰਡਤ ਆਏ ਸੀ ਤੇ ਉਹ ਕਹਿੰਦੇ ਸਰਾਧ ਕਰੋ ਤੇ ਸਰਾਧ ਕਰਵਾਉਂਦੇ ਸੀ। ਪਾਤਸ਼ਾਹ ਕਹਿੰਦੇ ਤੈਨੂੰ ਇਹ ਕੰਮ ਕਿਹਨੇ ਕਹਿਤਾ ਸਰਾਧ ਕਰਨ ਨੂੰ? ਗੁਰਸਿੱਖੀ ਦੇ ਵਿੱਚ ਸਰਾਧ ਕਰਨ ਨੂੰ ਕੋਈ ਥਾਂ ਨਹੀਂ ਹੈ। ਇਹਨਾਂ ਕਰਮਕਾਂਡਾਂ ਨੂੰ ਇਹ ਠੀਕ ਨਹੀਂ ਹੈ ਤੁਹਾਡੇ ਵਾਸਤੇ। ਤੁਸੀਂ ਮਾਨ ਸਰੋਵਰ ਦੇ ਹੰਸ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਉਹਨਾਂ ਦੇ ਪਰਿਵਾਰ ਦੀ ਅੰਸ਼ ਵੰਸ਼ ਔਰ ਹਜੇ ਤੱਕ ਜਿਹੜੇ ਇਸ ਘਰ ਵਿੱਚ ਪੈਦਾ ਹੋਏ ਹਨ ਉਹਨਾਂ ਨੂੰ ਸਰਾਧਾਂ ਦੀ ਲੋੜ ਰਹਿ ਗਈ। ਜਿੱਥੇ ਉਹ ਪਹੁੰਚੇ ਹੋਏ ਆ ਉੱਥੇ ਤਾਂ ਅਨਾਜ ਰੋਟੀ ਪਾਣੀ ਕੁਛ ਨਹੀਂ ਪਹੁੰਚਦਾ। ਉੱਥੇ ਤਾਂ ਕੇਵਲ ਸ਼ਬਦ ਦਾ ਪ੍ਰਤਾਪ ਹੈ। ਉਹ ਰੂਹਾਂ ਸ਼ਬਦ ਨਾਲ ਜੁੜੀਆਂ ਹੋਈਆਂ। ਜਿਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਰਥਾਏ ਦੱਸਦੇ ਹਨ ਕਿ ਪਹਿਲਾਂ ਹਿੰਦੂ ਮਤ ਚੱਲਦੀ ਸੀ ਤੋ ਮਹਿਤਾ ਕਾਲੂ ਜੀ ਵੀ ਉਸ ਮਤ ਵਿੱਚ ਪ੍ਰਵਿਰਤ ਸਨ। ਤੇ ਇੱਕ ਦਿਨ ਉਹਨਾਂ ਨੇ ਕਹਿੰਦੇ ਆਪਣੇ ਪਿਤਾ ਦਾ ਸਰਾਧ ਕੀਤਾ ਤੇ ਬਾਬੇ ਨਾਨਕ ਨੇ ਆ ਕੇ ਪੁੱਛਿਆ ਵੀ ਬਾਪੂ ਇਹ ਕੀ ਪ੍ਰੋਗਰਾਮ ਹੈ, ਬੜੇ ਲੋਕ ਇਕੱਠੇ ਕੀਤੇ ਆ। ਤਾਂ ਮਹਿਤਾ ਕਾਲੂ ਕਲਿਆਣ ਦਾਸ ਜੀ ਕਹਿਣ ਲੱਗੇ ਪੁੱਤ ਆਪਣੇ ਤੇਰੇ ਦਾਦੇ ਦੇ ਸਰਾਧ ਹੈ। ਤੇ ਧੰਨ ਗੁਰੂ ਨਾਨਕ ਜੀ ਕਹਿੰਦੇ ਬਾਪੂ
ਆਪਾਂ ਨੂੰ ਸ਼ਰਾਧਾਂ ਦੀ ਕੀ ਲੋੜ ਆ। ਕਹਿੰਦੇ ਸਿਆਣਿਆਂ ਦਾ ਕਿਹਾ ਹੋਇਆ ਉਵੇਂ ਚੱਲੀ ਜਾਂਦਾ। ਕਹਿੰਦੇ ਬਾਪੂ ਜਿੱਥੇ ਸਾਡੇ ਬਜ਼ੁਰਗ ਪਹੁੰਚੇ ਹੋਏ ਆ ਉੱਥੇ ਸ਼ਰਾਧਾਂ ਵਾਲਾ ਸਮਾਨ ਨਹੀਂ ਜਾਂਦਾ। ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਜ ਕੇ ਜਾਈ। ਧਰਮ ਰਾਜ ਤੋਂ ਗਾਂਹ ਨਹੀਂ ਟੱਪਦਾ ਇਹ ਪੁੰਨ ਦਾਨ। ਅਤੇ ਪੁੰਨ ਦਾਨ ਜੋ ਕਰਦੇ ਹਾਂ ਉਸ ਦੇ ਬਦਲੇ ਆਪਾਂ ਨੂੰ ਸੁੱਖ ਅਤੇ ਦੁੱਖ ਮਿਲਦੇ ਹਨ। ਮਾੜਾ ਕੰਮ ਕਰਾਂਗੇ ਅਤੇ ਦੁੱਖ ਮਿਲਣਗੇ, ਚੰਗਾ ਕਰਾਂਗੇ ਸੁੱਖ ਮਿਲਣਗੇ। ਪਰ ਨਾਮ ਜਿਹੜਾ ਉਸ ਤੋਂ ਵੀ ਅੱਗੇ ਲੈ ਕੇ ਜਾਂਦਾ ਹੈ। ਅਤੇ ਜਿਹੜੇ ਨਾਮ ਜਪਦੇ ਨੇ ਉਹ ਰੂਹਾਂ ਤਾਂ ਪਰਮੇਸ਼ਰ ਦੇ ਦਰ 'ਤੇ ਬੈਠੀਆਂ ਹਨ ਦਿਵਿਆ ਰੂਪ ਧਾਰ ਕੇ ਬਿਨਾਂ ਸਰੀਰ ਤੋਂ। ਅਤੇ ਰੋਟੀ ਦੀ ਲੋੜ ਸਰੀਰ ਨੂੰ ਹੈ ਨਾ ਕਿ ਰੂਹ ਨੂੰ ਹੈ। ਅਤੇ ਮਹਿਤਾ ਕਲਿਆਣ ਦਾ ਅੱਜ ਹੀ ਕਹਿਣ ਲੱਗੇ ਪੁੱਤਰਾ ਠੀਕ ਹੈ ਦੁਨੀਆ ਤੈਨੂੰ ਰੱਬ ਕਹਿੰਦੀ ਆ, ਸਾਰੇ ਕਹਿੰਦੇ ਆ ਵੀ ਨਾਨਕ ਤਾਂ ਰੱਬ ਹੈ, ਨਾਨਕ ਤਾਂ ਰੱਬ ਹੈ, ਪਰ ਸਾਨੂੰ ਤਾਂ ਕਦੇ ਕੋਈ ਵਿਖਾਇਆ ਨਹੀਂ ਤਜਰਬਾ। ਜਾਂ ਤਾਂ ਮੈਨੂੰ ਦਿਖਾ ਉਹ ਕਿੱਥੇ ਆਪਣੇ ਬਜ਼ੁਰਗ ਜਿੱਥੇ ਰੋਟੀ ਦੀ ਲੋੜ ਨਹੀਂ ਪੈਂਦੀ। ਅਤੇ ਜਿਸ ਵੇਲੇ ਮਹਿਤਾ ਕਾਲੂ ਜੀ ਨੇ ਕਿਹਾ ਨਾ ਬਾਬੇ ਨਾਨਕ ਨੂੰ ਵੀ ਦਿਖਾ, ਅਤੇ ਬਾਬਾ ਜੀ ਕਹਿੰਦੇ ਆ ਜਾ ਫਿਰ ਦਿਖਾਵਾਂ। ਅਤੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਚੌਂਕੜਾ ਮਾਰ ਕੇ ਬੈਠ ਗਏ ਔਰ ਆਪਣੇ ਪਿਤਾ ਨੂੰ ਵੀ ਕੋਲ ਬਿਠਾ ਲਿਆ, ਉਹਨਾਂ ਦਾ ਵੀ ਧਿਆਨ ਜੋੜਿਆ ਅਤੇ ਆਪਣਾ ਵੀ ਜੋੜਿਆ ਅਤੇ ਬਾਂਹ ਫੜ ਲਈ ਪਿਤਾ ਦੀ। ਇਉਂ ਧਿਆਨ ਜੋੜ ਕੇ ਨੇਤਰਾਂ ਦੇ ਨਾਲ ਪਾਤਸ਼ਾਹ ਜੀ ਨੇ ਮਹਿਤਾ ਕਲਿਆਣ ਰਾਏ ਜੀ ਦੀ ਵੀ ਜਿਹੜੀ ਹੈ ਰੂਹ ਨੂੰ ਲਿਆ ਅਤੇ ਆਪਣੀ ਰੂਹ ਨੂੰ ਲਿਆ ਅਤੇ ਸੱਚਖੰਡ ਪਹੁੰਚ ਗਏ। ਜਿਸ ਵੇਲੇ ਕਹਿੰਦੇ ਇਸ ਰੂਹ ਦੇ ਨਾਲ ਮਹਿਤਾ ਕਾਲੂ ਜੀ ਸੱਚਖੰਡ ਪਹੁੰਚੇ ਅਤੇ ਅੱਗੋਂ ਬਹੁਤ ਸਾਰੀਆਂ ਰੂਹਾਂ ਉੱਠ ਕੇ ਹੱਥ ਬੰਨ੍ਹ ਕੇ ਖੜੀਆਂ ਹੋ ਗਈਆਂ, ਮਹਿਤਾ ਜੀ ਆ ਗਏ, ਮਹਿਤਾ ਜੀ ਆ ਗਏ। ਅਤੇ ਮਹਿਤਾ ਕਲਿਆਣ ਦਾਸ ਜੀ ਨੇ ਵੀ ਮਹਿਤਾ ਕਾਲੂ ਜੀ ਨੇ ਵੀ ਪਛਾਣ ਲਿਆ ਵੀ ਇਹ ਤਾਂ ਸਾਡੇ ਬਜ਼ੁਰਗ ਹੈ ਪਿਛਲੇ। ਅਤੇ ਮਹਿਤਾ ਕਾਲੂ ਜੀ ਪੁੱਛਣ ਲੱਗੇ ਬਾਪੂ ਤੁਸੀਂ ਇੱਥੇ ਕਦੋਂ ਕਦੇ? ਉਹ ਕਹਿੰਦੇ ਜਿੱਦਣ ਦਾ ਤੇਰੇ ਘਰ ਵਿੱਚ ਨਾਨਕ ਪੈਦਾ ਹੋਇਆ ਹੈ ਉਦਣ ਦਾ ਪਰਮੇਸ਼ਰ ਨੇ ਆਪਣੀ ਸਾਰੀ ਬੰਸ ਨੂੰ ਸੱਚਖੰਡ ਭੇਜਤਾ। ਕੋ ਸਤਨਾਮ, ਅਸੀਂ ਤਾਂ ਇੱਥੇ ਆਨੰਦ ਮਾਣਦੇ ਹਾਂ। ਫਿਰ ਕਹਿੰਦੇ ਮਹਿਤਾ ਕਾਲੂ ਜੀ ਦੀ ਰੂਹ ਉੱਥੇ ਉਹਨਾਂ ਬੈਠੀਆਂ ਦਿਵ ਰਿਸ਼ਟੀ ਰੂਹਾਂ ਨੂੰ ਮਿਲੀ। ਕਾਫੀ ਸਮਾਂ ਸਤਿਗੁਰੂ ਨਾਨਕ ਦੇਵ ਜੀ ਧਿਆਨ ਜੋੜ ਕੇ ਬੈਠੇ ਰਹੇ ਅਤੇ ਆਪਣੇ ਬਾਪੂ ਨੂੰ ਵੀ ਬਿਠਾਈ ਰੱਖਿਆ। ਲਗਭਗ 1 ਪਹਿਰ ਬਾਅਦ 3 ਘੰਟਿਆਂ ਬਾਅਦ ਕਹਿੰਦੇ ਬਾਪੂ ਧਿਆਨ ਖੋਲ੍ਹ। ਅਤੇ ਜਦੋਂ ਉਹਨਾਂ ਨੂੰ ਇੱਦਾਂ ਹਿਲਾਇਆ ਅਤੇ ਉਹਨਾਂ ਦਾ ਧਿਆਨ ਵਾਪਸ ਆਇਆ ਅਤੇ ਅੱਖਾਂ ਖੋਲ੍ਹੀਆਂ ਅਤੇ ਅੱਖਾਂ ਖੋਲ੍ਹ ਕੇ ਮਹਿਤਾ ਕਾਲੂ ਜੀ ਕਹਿੰਦੇ ਪੁੱਤਰ ਮੈਂ ਤਾਂ ਉੱਥੇ ਹੀ ਠੀਕ ਸੀ, ਤੂੰ ਮੈਨੂੰ ਕਾਹਨੂੰ ਸੱਦ ਲਿਆ? ਉੱਥੇ ਤਾਂ ਆਨੰਦ ਹੀ ਬੜਾ ਸੀਗਾ। ਹੁਣ ਮੈਨੂੰ ਦੱਸ ਬਾਪੂ ਉੱਥੇ ਰੋਟੀ ਦੀ ਲੋੜ ਹੈ? ਕਹਿੰਦੇ ਉੱਥੇ ਤਾਂ ਪ੍ਰਕਾਸ਼ ਦੀਆਂ ਰੂਹਾਂ ਸਾਰੀਆਂ, ਉੱਥੇ ਕੋਈ ਹੱਡ ਮਾਸ ਦੇ ਪੋਤਲੇ ਨਹੀਂ ਹੈ। ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ, ਇਸੇ ਸਰੀਰ ਵਰਗੀਆਂ ਸੂਖਮ ਰੂਹਾਂ ਸੱਚਖੰਡ ਜਾਂਦੀਆਂ। ਅਤੇ ਜੇ ਕੋਈ ਸੰਸਾਰੀ ਫੁਰਨਾ ਚੱਕ ਲੈਂਦੇ ਹੈ ਤਾਂ ਫਿਰ ਉਹ ਸਾਰੇ ਟੇਢੀਆਂ ਜੂਨਾਂ ਵਿੱਚ ਜਿਹੋ ਜਿਹਾ ਫੁਰਨਾ ਚੱਕਿਆ ਹੁੰਦਾ ਉਹੋ ਜਿਹਾ ਰੂਪ ਧਾਰ ਲੈਂਦੀਆਂ। ਅੰਤ ਕਾਲ ਜੇ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸੂਕਰ ਜੋਨ ਬਲ ਬਲ ਉਤਰੇ, ਇਹ ਬਚਨ ਦੇ ਮੁਤਾਬਕ। ਅਤੇ ਮਹਿਤਾ ਕਾਲੂ ਜੀ ਕਹਿੰਦੇ ਮੈਂ ਤਾਂ ਆਪ ਉੱਥੇ ਹੀ ਜਾਣਾ। ਅਤੇ ਬਾਬਾ ਨਾਨਕ ਜੀ ਥੋੜ੍ਹਾ ਚਿਰ ਠਹਿਰ ਜਾ ਬਾਪੂ, ਤੂੰ ਵੀ ਸਰੀਰ ਛੱਡ ਕੇ ਉਹਨਾਂ ਕੋਲ ਹੀ ਜਾਵੇਂਗਾ। ਤੋ ਇਸ ਕਰਕੇ ਕਈ ਵਾਰੀ ਮਨੁੱਖ ਜਿਹੜਾ ਉਟਲ ਜਾਂਦਾ ਹੈ ਆਪਣੇ ਗਾਡੀ ਰਸਤੇ ਤੋਂ, ਸਤਿਗੁਰਾਂ ਦੇ ਬਣਾਏ ਰਸਤੇ ਤੋਂ। ਫਿਰ ਸਮੇਂ ਸਮੇਂ 'ਤੇ ਇਸੇ ਕਰਕੇ ਤਾਂ ਸਤਸੰਗ ਦੀ ਲੋੜ ਪੈਂਦੀ ਆਪਾਂ ਨੂੰ ਰੋਜ਼ਾਨਾ, ਤਾਂ ਕਿ ਗੁਰਸਿੱਖ ਜਿਹੜਾ ਆਪਣੇ ਮਾਰਗ 'ਤੇ ਚੱਲਦਾ ਰਹੇ। ਜਦੋਂ ਸਤਸੰਗ ਨਹੀਂ ਮਿਲਦੀ ਉਦੋਂ ਹੀ ਸਾਡੀ ਮੱਤ ਉੱਤੇ ਘੱਟਾ ਪੈ ਜਾਂਦਾ। ਜਿਵੇਂ ਬੀਬੀਆਂ ਘਰ ਵਿੱਚ ਕਣਸਾਂ ਅਤੇ ਰਸੋਈਆਂ ਵਿੱਚ ਰੱਖੇ ਬਰਤਨਾਂ 'ਤੇ ਰੋਜ਼ ਹੱਥ ਮਾਰਦੀਆਂ, ਅਤੇ ਜੇ 1 ਹਫ਼ਤਾ 2 ਹਫ਼ਤੇ ਨਾ ਉਹਨਾਂ 'ਤੇ ਕੱਪੜਾ ਮਾਰਨ ਫਿਰ ਕੀ ਹੋਵੇਗਾ ਭਲਾ? ਘੱਟਾ ਚੜ੍ਹ ਜੂਗਾ। ਉਹ ਘੱਟਾ ਚੜ੍ਹ ਜਾਂਦਾ ਹੈ। ਅਤੇ ਇਸੇ ਤਰ੍ਹਾਂ ਸਾਡੇ ਦਿਮਾਗ 'ਤੇ ਅਗਿਆਨਤਾ ਛਾ ਜਾਂਦੀ ਹੈ। ਤਾਂ ਤੇ ਰੋਜ਼ਾਨਾ ਸਤਸੰਗ ਦੀ ਲੋੜ ਹੈ। ਕਹੋ ਸਤਿਨਾਮ। ਇੱਕ ਬੀਬੀ ਕਿਸੇ ਸਾਧੂ ਨੂੰ ਕਹਿਣ ਲੱਗੀ ਬਾਬਾ ਜੀ ਕੀ ਤੁਸੀਂ ਰੋਜ਼ ਹੀ ਉਹੀ ਕਥਾ ਸੁਣਾਈ ਜਾਂਦੇ ਹੋ, ਉਹੀ ਕਥਾ ਸੁਣਾਈ ਜਾਂਦੇ ਹੋ, ਇਹਦਾ ਕੀ ਫਾਇਦਾ? ਅਤੇ ਮਹਾਂਪੁਰਸ਼ ਕਹਿਣ ਲੱਗੇ ਬੇਟਾ ਤੁਹਾਡੇ ਘਰੇ ਸਫਾਈ ਕਰਦੇ ਹੁੰਦੇ ਹੋ? ਕਹਿੰਦੇ ਹਾਂ ਜੀ ਮੈਂ ਰੋਜ਼ ਝਾੜੂ ਮਾਰਦੀ ਹਾਂ। ਉਦੋਂ ਪਹਿਲਾਂ ਕੌਣ ਮਾਰਦਾ ਸੀਗਾ? ਮੇਰੀ ਸੱਸ ਮਾਰਦੀ ਸੀ। ਉਦੋਂ ਪਹਿਲਾਂ ਸੱਸ ਦੀ ਸੱਸ ਮਾਰਦੀ ਸੀ। ਅਤੇ ਮਹਾਂਪੁਰਸ਼ ਕਹਿੰਦੇ ਪਰ ਹਜੇ ਘਰ ਸਾਫ਼ ਨਹੀਂ ਹੋਇਆਗਾ, ਹੁਣ ਝਾੜੂ ਮਾਰਨਾ ਬੰਦ ਕਰ ਦਿਓ। ਕਹਿੰਦੇ ਲੈ ਬਾਬਾ ਜੀ ਝਾੜੂ ਮਾਰਨਾ ਬੰਦ ਕਰ ਦੇ ਅਤੇ ਫਿਰ ਰੇਤਾ ਘੱਟਾ ਪੈਦਾ ਹੋ ਜਾਵੇਗਾ। ਬਸ ਇਹੀ ਗੱਲ ਹੈ ਬੇਟਾ, ਕਥਾ ਕੀਰਤਨ ਸਤਸੰਗ ਦੀ ਸਾਨੂੰ ਰੋਜ਼ ਲੋੜ ਹੈ। ਸਾਡੇ ਦਿਮਾਗ 'ਤੇ ਅਗਿਆਨਤਾ ਦਾ ਘੱਟਾ ਨਹੀਂ ਚੜ੍ਹਨ ਦਿੰਦਾ, ਕੁਰਾਹੇ ਨਹੀਂ ਸਾਨੂੰ ਪੈਣ ਦਿੰਦਾ। ਚਲੋ ਖੈਰ ਸੋਢੀ ਕੌਲ ਰਾਏ ਜੀ ਇਹਨਾਂ ਨੂੰ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਿਲੇ। ਅਤੇ ਜਦ ਇਹਨਾਂ ਨੇ ਆ ਕੇ ਮਿਲਣਾ ਕੀਤਾ ਢਿਲਵੇਂ ਪਿੰਡ ਵਿੱਚ,
ਤਾਂ ਇਹਨਾਂ ਦੀ ਉਂਗਲ 'ਤੇ ਉਹ ਘਾਹ ਦੀ ਤਿੜ ਜੀ ਬੰਨੀ ਹੋਈ ਸੀ, ਗੋਲ ਕਰਕੇ ਛਾਪ ਜੀ ਬਣਾ ਕੇ ਪਾਈ ਹੋਈ ਸੀ। ਅਸਲ ਦੇ ਵਿੱਚ ਗੁਰੂ ਪਿਆਰਿਓ, ਅਖੌਤੀ ਧਰਮ ਦੇ ਮੁਖੀ ਬ੍ਰਾਹਮਣਾਂ ਨੇ ਹਿੰਦੁਸਤਾਨ ਦੇ ਲੋਕਾਂ ਨੂੰ ਗੁਲਾਮ ਬਣਾਇਆ ਹੋਇਆ ਸੀ। ਕੋ ਸਤਨਾਮ। ਜੇ ਇਸਤਰੀ ਦੀ ਗੱਲ ਕਰੀਏ, ਜਦੋਂ ਬੱਚੀ ਹੈ ਤਾਂ ਇਹ ਭਰਾਵਾਂ ਦੀ ਗੁਲਾਮ ਹੈ, ਭਰਾਵਾਂ ਦੇ ਜਾ ਕੇ ਪਹੁੰਚੀ ਬੰਨੂਗੀ, ਫਿਰ ਭਰਾ ਦੀ ਰਕਸ਼ਾ ਕਰਨਗੇ। ਭਾਵ ਇਸ ਨੂੰ ਤਕੜੀ ਨਹੀਂ ਕੀਤਾ ਗਾ, ਦੂਜੇ 'ਤੇ ਡਿਪੈਂਡ ਕਰ ਦਿੱਤਾ। ਕੋ ਸਤਨਾਮ। ਜਿਆਦੇ ਵਿਆਹੀ ਗਈ ਤੇ ਫਿਰ ਪਤੀ 'ਤੇ ਡਿਪੈਂਡ ਹੈ, ਪਤੀ ਇਹਦੀ ਰਕਸ਼ਾ ਕਰੇਗਾ। ਠੀਕ ਹੈ, ਇੱਕ ਦੂਜੇ ਦੇ ਸੰਗੀ ਸਾਥੀ ਹੈ, ਇੱਕ ਦੂਜੇ ਰਕਸ਼ਾ ਵਾਸਤੇ ਬਣੇ ਹੈ, ਪਰ ਮਤਲਬ ਉਹ ਗੱਲ ਨਹੀਂ ਕਿ ਇਸਤਰੀ ਡਿਪੈਂਡ ਹੋ ਜੇ ਤੇ ਆਪ ਕੁਛ ਕਰ ਨਾ ਸਕੇ। ਤੇ ਜੇ ਬੁੱਢੀ ਹੋ ਗਈ ਤੇ ਫਿਰ ਪੁੱਤਰ ਜਿਹੜੇ ਆ ਉਹ ਦਬਕੇ ਮਾਰਦੇ ਆ, ਵੱਡੇ ਹੋ ਜਾਂਦੇ ਆ ਜਵਾਕ, ਫਿਰ ਉਹਨਾਂ 'ਤੇ ਡਿਪੈਂਡ ਹੋ ਜਾਂਦੀ ਹੈ ਮਾਂ। ਤੇ ਇਹਦਾ ਮਤਲਬ ਇਸਤਰੀ ਜਿਹੜੀ ਆ ਹਮੇਸ਼ਾ ਦਵੇਲ ਹੀ ਰਹੀ। ਇਹ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਨਹੀਂ, ਇਹ ਘੱਟ ਨਹੀਂ ਹੈ। ਭੰਡ ਜੰਮੀ ਹੈ, ਭੰਡ ਨਿਮੀ ਹੈ, ਭੰਡ ਮੰਗਣ ਵਿਆਹੋ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹੋ, ਭੰਡ ਮੂਆ, ਭੰਡ ਭਾਲੀ ਹੈ, ਭੰਡ ਹੋਵੇ ਬੰਧਾਨ। ਸੋ ਕਿਉਂ ਮੰਦਾ ਆਖੀ ਆ ਜਿਤ ਜੰਮੈ ਰਾਜਾਨ। ਜਿਨ੍ਹਾਂ ਦੇ ਕੁੱਖੋਂ ਰਾਜੇ ਮਹਾਰਾਜੇ ਅਵਤਾਰ, ਖੁਦ ਗੁਰੂ ਨਾਨਕ ਪਾਤਸ਼ਾਹ ਨੇ ਵੀ ਅਵਤਾਰ ਧਾਰਿਆ ਮਾਂ ਦੇ ਪੇਟੋਂ, ਉਸ ਇਸਤਰੀ ਨੂੰ ਤੁਸੀਂ ਕਮਜ਼ੋਰ ਮਾੜੀ ਕਿਵੇਂ ਕਹਿ ਦਿੱਤਾ। ਤੇ ਗੁਰੂ ਪਿਆਰੋ, ਅੱਜ ਦਾ ਦਿਹਾੜਾ ਸ਼ਹੀਦੀ ਦਿਹਾੜਿਆਂ ਦੇ ਮੁਤਾਬਕ ਜਦੋਂ ਸਾਹਿਬਜ਼ਾਦੇ ਦੋਨੇ ਸ਼ਹੀਦ ਹੋ ਗਏ ਵੱਡੇ ਜੰਗ ਦੇ ਮੈਦਾਨ 'ਚ, ਧੰਨ ਗੁਰੂ ਗੋਬਿੰਦ ਸਿੰਘ ਜੀ ਅੱਗੇ ਨਿਕਲ ਗਏ। ਤੇ ਗੁਰੂ ਪਿਆਰਿਓ, ਲਗਭਗ 33 ਸਿੰਘ ਤੇ 2 ਸਾਹਿਬਜ਼ਾਦੇ ਉੱਥੇ ਸ਼ਹੀਦ ਹੋਏ ਨੇ। ਤਾਂ ਹੁਣ ਰਾਤ ਨੂੰ ਇੱਕ ਬੀਬੀ ਆਈ ਆ ਉੱਥੇ, ਉਹ ਵੀ ਇਸਤਰੀ ਆ, ਬੀਬੀ ਸ਼ਰਨ ਕੌਰ। ਤੇ ਬੀਬੀ ਸ਼ਰਨ ਕੌਰ ਨੇ ਗੁਰੂ ਪਿਆਰੋ ਪਹਿਲਾਂ ਝਾੜੀਆਂ ਇਕੱਠੀਆਂ ਕੀਤੀਆਂ, ਲੱਕੜਾਂ ਇਕੱਠੀਆਂ ਕੀਤੀਆਂ, ਬਾਲਣ ਇਕੱਠਾ ਕੀਤਾ ਜੰਗਲ ਵਿੱਚ। ਤੇ ਫਿਰ ਹਨੇਰੇ ਦੇ ਵਿੱਚ ਆ ਕਰਕੇ ਉਹਨਾਂ ਸ਼ਹੀਦਾਂ ਦੇ ਵਿੱਚੋਂ, ਜਿੱਥੇ ਮੁਗਲ ਫੌਜੀ ਵੀ ਮਰੇ ਪਏ ਆ, ਗੁਰੂ ਕੀਆਂ ਫੌਜਾਂ ਵੀ ਸ਼ਹੀਦ ਪਈਆਂ, ਉਹਨਾਂ ਦੇ ਵਿੱਚ ਆ ਕੇ ਉਹਨੇ ਸਿੰਘਾਂ ਨੂੰ ਲੱਭਣਾ ਸ਼ੁਰੂ ਕੀਤਾ। ਔਰ ਗੁਰੂ ਪਿਆਰੋ, ਸਿੰਘਾਂ ਨੂੰ ਲੱਭਦਿਆਂ ਹੋਇਆਂ ਉਹਨੂੰ ਦੋਨੇ ਸਾਹਿਬਜ਼ਾਦੇ ਵੀ ਲੱਭ ਗਏ, ਉਹਨਾਂ ਨੂੰ ਚੱਕ ਕੇ ਲੈ ਗਈ। ਬਾਰੀ ਬਾਰੀ ਜਿੰਨੇ ਕੁ ਸਿੰਘ ਉਸ ਤੋਂ ਚੱਕੇ ਗਏ, ਜਿੰਨੇ ਕੁ ਉਸ ਨੂੰ ਮਿਲੇ, ਉਹਨਾਂ ਨੂੰ ਮੋਢੇ 'ਤੇ ਚੱਕ ਕੇ ਤੇ ਉਸ ਬੀਬੀ ਨੇ ਲਿਜਾ ਕੇ ਉਸ ਲੱਕੜਾਂ 'ਤੇ ਸਰੀਰਾਂ ਨੂੰ ਰੱਖਣਾ ਕੀਤਾ। ਕੋ ਸਤਨਾਮ। ਚਿਖਾ ਬਣਾਈ। ਔਰ ਗੁਰੂ ਪਿਆਰੋ, ਹਨੇਰੇ ਦੇ ਵਿੱਚ ਤਾਂ ਮੁਗਲ ਪੁੱਛਦੇ ਰਹੇ ਕੌਣ ਹੈ, ਕੌਣ ਹੈ, ਉਹ ਨਾ ਬੋਲੀ। ਪਰ ਜਿਸ ਵੇਲੇ ਉਸ ਨੇ ਚਿਖਾ ਨੂੰ ਅਗਨੀ ਦੇ ਦਿੱਤੀ ਨਾ, ਤੇ ਭਾਂਬੜ ਨਿਕਲਿਆ, ਲੱਕੜਾਂ ਨੂੰ ਅੱਗ ਲਾ ਕੇ ਸਰੀਰਾਂ ਦਾ ਸੰਸਕਾਰ ਹੋਣ ਲੱਗਿਆ। ਫਿਰ ਮੁਗਲ ਭੱਜ ਕੇ ਆ ਗਏ ਤਲਵਾਰਾਂ ਚੱਕ ਕੇ। ਕੌਣ ਹੈ ਇਹ, ਕੌਣ ਹੈ, ਪੁੱਛਦੇ, ਰੌਲਾ ਪਾਉਂਦੇ, ਇਹ ਕੌਣ ਹੈ। ਇਉਂ ਲੱਭਦੇ ਲੱਭਦੇ ਕੋਲੇ ਪਹੁੰਚੇ ਬਾਲਣ ਦੇ, ਜਿੱਥੇ ਲਾਟ ਨਿਕਲ ਰਹੀ ਹੈ। ਕਹਿੰਦੇ ਕੌਣ ਹੈ ਤੂੰ। ਉਸ ਤੋਂ ਪਹਿਲਾਂ ਇਹ ਪੁੱਛਦੇ, ਬੀਬੀ ਨੇ ਆਪਣੀ ਮਿਆਨ 'ਚੋਂ ਤਲਵਾਰ ਕੱਢ ਲਈ। ਸ਼ਰਨ ਕੌਰ ਜੀ ਨੇ, ਗੁਰੂ ਕੀ ਸਿੰਘਣੀ ਸੀ, ਗਾਤਰੇ ਵੱਡੀ ਤਲਵਾਰ ਵੀ ਸੀ, ਇਹਨੇ ਤਲਵਾਰ ਕੱਢ ਲਈ ਆਪਣੀ। ਜਦ ਨੇੜੇ ਮੁਗਲ ਹੋਣ ਲੱਗੇ ਤੇ ਇਸ ਨੇ ਤਲਵਾਰ ਚਲਾਉਣੀ ਸ਼ੁਰੂ ਕੀਤੀ ਤੇ 5-7 ਨੂੰ ਇਸ ਨੇ ਵੜ ਦਿੱਤਾ। ਕੋ ਸਤਨਾਮ। ਅਖੀਰ ਮੁਗਲਾਂ ਨੇ ਸਲਾਹ ਕੀਤੀ, ਇਕੱਠੇ ਹੋ ਕੇ ਹਮਲਾ ਕੀਤਾ ਤੇ ਇਸ ਬੀਬੀ ਨੂੰ ਵੀ ਉਹਨਾਂ ਨੇ ਸ਼ਹੀਦ ਕਰ ਦਿੱਤਾ। ਇਹ ਵੀ ਦੱਸ ਦਿਆ ਕਿ ਹਜੇ ਬੀਬੀ ਦੇ ਸਵਾਸ ਨਹੀਂ ਸੀ ਨਿਕਲੇ ਪੂਰੇ, ਪਰ ਉਹ ਬੋਲੀ ਨਾ ਜਦੋਂ ਇਹ ਬੁਲਾਉਣ ਲੱਗੇ। ਤੇ ਅਖੀਰ ਉਹਨਾਂ ਨੇ ਉਸ ਬੀਬੀ ਸ਼ਰਨ ਕੌਰ ਨੂੰ ਵੀ ਚੱਕ ਕੇ ਮੁਗਲਾਂ ਨੇ ਗੁੱਸੇ ਵਿੱਚ ਉਸੇ ਚਿਖਾ ਵਿੱਚ ਸਿੱਟ ਦਿੱਤਾ। ਕੋ ਸਤਨਾਮ। ਔਰ ਧੰਨ ਉਹ ਬੀਬੀ ਸ਼ਰਨ ਕੌਰ, ਜਿਹੜੀ ਇੱਕ ਬਹੁਤ ਵਧੀਆ ਫਰਜ਼ ਨਿਭਾ ਗਈ। ਗੁਰੂ ਕੇ ਸਿੰਘਾਂ ਦੀਆਂ ਲਾਸ਼ਾਂ ਜਿਹੜੀਆਂ ਰੁਲ ਨਹੀਂ ਦਿੱਤੀਆਂ, ਉਹਨਾਂ ਦਾ ਸੰਸਕਾਰ ਕਰ ਗਈ ਹੈ। ਤੇ ਇਸ ਕਰਕੇ ਗੁਰੂ ਪਿਆਰਿਓ, ਅਖੌਤੀ ਧਰਮ ਦੇ ਮੁਖੀ ਬ੍ਰਾਹਮਣਾਂ ਨੇ ਐਸੇ ਐਸੇ ਕਰਮ ਕਾਂਡ, ਸ਼ਰਾਧ, ਨਰਾਤੇ ਆਦਿ ਬਣਾਏ ਔਰ ਸੰਸਾਰ ਨੂੰ ਦਵੇਲ ਕਰਕੇ ਆਪਣਾ ਗੁਲਾਮ ਰੱਖਿਆ। ਪੜ੍ਹਾਈ ਵਾਲਾ ਪਾਸਾ ਉਹਨਾਂ ਨੇ ਆਪਣੇ ਹੱਥ 'ਚ ਰੱਖਿਆ। ਜੋ ਉਹਨਾਂ ਨੇ ਲੋਕਾਂ ਨੂੰ ਪੜ੍ਹਾਇਆ ਉਹੀ ਲੋਕਾਂ ਦੇ ਦਿਮਾਗ 'ਚ ਬੈਠਾ, ਬੱਚਿਆਂ ਦੇ ਦਿਮਾਗ 'ਚ ਬੈਠਾ। ਇਸ ਕਰਕੇ ਮਨੋਬਿਰਤੀਆਂ ਉੱਥੇ ਰੱਖੀਏ। ਹੁਣ ਠੀਕ ਹੈ, ਕੌਲ ਰਾਏ ਸੋਢੀ ਵੰਸ਼ ਦਾ ਪੁੱਤਰ ਹੈ, ਭਟਕ ਗਿਆ। ਮੌਕੇ ਦੇ ਮੁਤਾਬਕ ਇਹ ਸ਼ਰਾਧ ਕਰਨ ਲੱਗੇ ਆ ਤੇ ਪਾਤਸ਼ਾਹ ਜੀ ਮਿਲੇ ਤੇ ਕਹਿਣ ਲੱਗੇ, ਦੱਸੇ ਕੀ ਪਾਇਆ। ਕਹਿੰਦੇ ਜੀ ਇਹ ਤਾਂ ਮੈਂ ਬਾਪੂ ਦਾ ਸ਼ਰਾਧ ਕਰ ਰਿਹਾ ਸੀਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ ਆ, ਇਹ ਵਿਚਾਰੋ। ਹੁਣ ਆਪਾਂ ਅੱਗੇ ਚੱਲ ਕੇ ਆਰੰਭ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸੁਣ ਸ੍ਰੀ ਗੁਰੂ ਗੋਬਿੰਦ ਸਿੰਘ ਕਹਿਓ, ਇਹ ਤੁਮ ਕਹਾ ਕਰਨ ਕੋ ਚਾਹਿਓ। ਜਿਸ ਵੇਲੇ ਪਾਤਸ਼ਾਹ ਨੇ ਵੇਖਿਆ ਸੋਢੀ ਕੌਲ ਰਾਏ ਮਿਲਣ ਵਾਸਤੇ ਆਇਆ ਤੇ ਬਾਬਾ ਜੀ ਕਹਿੰਦੇ ਉਂਗਲ ਵਿੱਚ ਕੀ ਪਾਇਆ। ਕਹਿੰਦੇ ਜੀ ਉਹ ਇਹ ਤਾਂ ਮੈਂ ਲਾਉਣੀ ਭੁੱਲ ਗਿਆ। ਕਿਉਂ, ਗੁਰੂ ਤੋਂ ਕੋਈ ਲੁਕੋਈ ਹੋਈ ਚੀਜ਼ ਹੈ। ਗੁਰੂ ਤਾਂ ਹਰ ਥਾਂ 'ਤੇ ਸਾਨੂੰ ਵੇਖ ਰਿਹਾ ਹੈ।
ਕੀ ਸੀ ਇਹ? ਕਹਿੰਦੇ ਜੀ ਸਾਡੇ ਘਰੇ ਬ੍ਰਾਹਮਣ ਆਏ ਸੀ, ਕਹਿੰਦੇ ਤੁਹਾਡੇ ਬੁੱਢਿਆਂ ਦੇ ਸਰਾਧ ਆ ਭਾਈ, ਸਰਾਧ ਕਰੋ। ਕਿਉਂਕਿ ਇਹਨਾਂ ਦਾ ਮਕਸਦ ਹੈ ਕਿ ਜਿਹੜਾ ਇਹ ਸਿੱਖ ਪੰਥ ਇੱਕ ਸਾਡੇ ਤੋਂ ਅਲੱਗ ਰੀਤ ਚੱਲ ਗਈ ਹੈ ਨਾ, ਇਹਨੂੰ ਵਿੱਚ ਰਲਗੱਡ ਕੀਤਾ ਜਾਵੇ ਕਿਸੇ ਨਾ ਕਿਸੇ ਤਰ੍ਹਾਂ। ਕਹੋ ਸਤਿਨਾਮ। ਦੁਬਾਰਾ ਇਸ ਨੂੰ ਜਿਵੇਂ ਘਿਓ ਨੂੰ ਇੱਕ ਵਾਰੀ ਦਹੀਂ ਚੋਂ ਕੱਢ ਲਿਆ ਰਿੜਕ ਕੇ, ਮੁੜ ਕੇ ਜਿੰਨਾ ਮਰਜ਼ੀ ਜੋਰ ਲਾ ਲਓ, ਮੁੜ ਕੇ ਉਹ ਦੁੱਧ ਵਿੱਚ ਨਹੀਂ ਮਿਲਦਾ। ਕਹੋ ਸਤਿਨਾਮ। ਇਹਨਾਂ ਦਾ ਮਕਸਦ ਇਹੀ ਹੈ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਨਿਆਰਾ ਪੰਥ ਬਣਾ ਦਿੱਤਾ ਨਾ, ਇਸ ਨੂੰ ਦੁਬਾਰਾ ਫਿਰ ਰਲਗੱਡ ਕੀਤਾ ਜਾਵੇ। ਇਸੇ ਕਰਕੇ ਰੋਜ਼ਾਨਾ ਸਤਸੰਗ ਦੀ ਲੋੜ ਪੈਂਦੀ ਹੈ ਸਾਨੂੰ। ਬਾਰ-ਬਾਰ ਉਹੀ ਕਥਾ ਉਹੀ ਗੁਰਬਾਣੀ ਰਿਪੀਟ ਕੀਤੀ ਜਾਂਦੀ ਹੈ, ਤਾਂ ਕਿ ਆਪਾਂ ਤਾਂ ਸੁਣ ਲਿਆ, ਹੁਣ ਆਪਣੇ ਬੱਚੇ ਸੁਣ ਲੈਣ, ਅਗਲੇ ਉਹਨਾਂ ਦੇ ਬੱਚੇ ਸੁਣ ਲੈਣ। 500 550 ਸਾਲ ਤੋਂ ਹੀ ਇਹ ਗੁਰਬਾਣੀ ਰਿਪੀਟ ਹੁੰਦੀ ਆ ਰਹੀ ਹੈ। ਮਕਸਦ ਹੈ ਕਿ ਸਾਡੇ ਜਿਹੜੇ ਬੱਚੇ ਹਨ ਉਹਨਾਂ ਨੂੰ ਗੁਰਮਤਿ ਦਾ ਗਿਆਨ ਹੁੰਦਾ ਰਹੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਓਹੋ ਕੌਲ ਰਾਏ, ਹਜੇ ਵੀ ਇਹਦੀ ਲੋੜ ਹੈ ਸੁਣੋ। ਸਤਿਗੁਰ ਰਾਮਦਾਸ ਜਿਸ ਬੰਸ, ਲੀਨਸ ਜਨਮ ਮਾਨ ਸਰਹੰਸ। ਉਹ ਤੁਸੀਂ ਸੋਢੀ ਵੰਸ਼ ਦੇ ਪੁੱਤਰ ਸਤਿਗੁਰੂ ਰਾਮਦਾਸ ਜੀ ਦੀ ਅੰਸ਼ ਵੰਸ਼, ਗੁਰੂ ਅਰਜਨ ਦੇਵ ਪਿਰਥੀ ਚਾਂਦੀਏ ਵੰਸ਼ ਹੈ ਸਾਰੀ। ਔਰ ਪਾਤਸ਼ਾਹ ਜੀ ਕਹਿਣ ਲੱਗੇ ਤੁਸੀਂ ਰਾਮਦਾਸ ਦੀ ਵੰਸ਼, ਉਹ ਤੁਸੀਂ ਮਾਨ ਸਰੋਵਰ ਦੇ ਉੱਤੇ ਹੰਸਾਂ ਦੀ ਨਿਆਈ ਜਨਮ ਲਿਆ, ਤੁਸੀਂ ਗੁਰੂ ਘਰ ਵਿੱਚ ਜੰਮੇ ਹੋ। ਸੰਕਿਆ ਪਿਤਰ ਸੁਦਤ ਹੀ ਰਹੇ, ਜਿਨੋ ਬਾਸ ਬੈਕੁੰਠੇ ਲਹੇ। ਸੋਨੂੰ ਹਲੇ ਵੀ ਸ਼ੰਕਾ ਹੈ ਕਿ ਜਿਹੜਾ ਹੈ ਸਾਡੇ ਪਰਿਵਾਰ ਹਜੇ ਵੀ ਭੁੱਖੇ ਹਨ। ਕਹੋ ਸਤਿਨਾਮ। ਜਿਸ ਘਰ ਨੇ ਦੁਨੀਆ ਨੂੰ ਰਜਾ ਦਿੱਤਾ ਕਿ ਉਹਨਾਂ ਦੇ ਆਪਣੇ ਜਿਹੜੇ ਹਨ ਪਿੱਤਰ ਭਾਵ, ਉਹ ਰੂਹਾਂ ਜਿਹੜੀਆਂ ਇਸ ਘਰ ਚੋਂ ਹੋ ਕੇ ਗਈਆਂ ਕਿ ਹਜੇ ਉਹ ਭਟਕ ਰਹੀਆਂ ਹਨ। ਐਸੀ ਤ੍ਰਿਪਤ ਭਈ ਇੱਕ ਵਾਰੀ, ਬਹੁ ਨ ਚਹੇ ਅਨ ਅਰਬਾਰੀ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਾਂ ਰਸਨਾ ਨਾਮ ਧਿਆਇਆ। ਉਹਨਾਂ ਨੇ ਤਾਂ ਸ੍ਰਿਸ਼ਟੀ ਨੂੰ ਨਾਮ ਦੇ ਨਾਲ ਰਜਾ ਦਿੱਤਾ ਹੈ। ਇਸ ਕਰਕੇ ਕੌਲ ਰਾਏ ਹੁਣ ਉੱਥੇ ਅੰਨ ਦੀ ਲੋੜ ਨਹੀਂ ਰਹਿ ਗਈ। ਸੋਈ ਤਰਕ ਨਿਜ ਕ੍ਰਿਤ ਮਹਿ ਜਬੈ, ਉੱਤਰ ਕਾਲ ਬਖਾਨਿਓ ਤਬੈ। ਉਹ ਕੌਲ ਰਾਏ ਨੇ ਜਿਸ ਵੇਲੇ ਪਾਤਸ਼ਾਹ ਜਦੋਂ ਇਸ ਤਰ੍ਹਾਂ ਤਰਕ ਸੁਣਿਆ ਇਸ ਵਿਸ਼ੇ ਤੇ, ਕੀ ਕਹਿੰਦਾ ਹੈ? ਅਹੀ ਵਾਸਤਵ ਆਪ ਸੁਨਾਈ, ਤੋ ਸੁਨੋ ਜੇ ਮਹਮ ਲਖ ਪਾਈ। ਕਹਿਣ ਲੱਗਿਆ ਠੀਕ ਹੈ ਮਹਾਰਾਜ, ਇਹ ਠੀਕ ਹੈ। ਵਾਸਤਵ ਦੇ ਵਿੱਚ ਜਿਵੇਂ ਤੁਸੀਂ ਮੈਨੂੰ ਸੁਣਾਇਆ ਮੈਂ ਸੁਣ ਲਿਆ, ਪਰ ਜਿਵੇਂ ਅਸੀਂ ਸੁਣਿਆ ਉਹ ਵੀ ਸੁਣ ਲਓ ਜੀ। ਸ੍ਰੀ ਬਾਬਾ ਨਾਨਕ ਅਵਤਾਰਾ, ਨਨ ਉਦਾਰੇ ਜਿਨੁ ਨ ਪਾਰਾ। ਕਹਿੰਦਾ ਜਿਸ ਵੇਲੇ ਬਾਬਾ ਨਾਨਕ ਜੀਵਾਂ ਨੂੰ ਤਾਰਨ ਆਇਆ ਸੀ, ਅੰਤ ਸਮੇ ਸਪਤਮ ਦਿਨ ਮਾਹੀ, ਚਹੋ ਗਮਨ ਪ੍ਰਲੋਕ ਤਹਾਈ। ਇਹ ਕਹਿਣਾ ਚਾਹੁੰਦਾ ਹੈ ਕਿ ਬਾਬੇ ਨਾਨਕ ਨੇ ਵੀ ਸਰਾਧ ਕੀਤੇ ਆ। ਆ ਫੋਟੋ ਬਣਾਤੀ ਕਿਸੇ ਰਾਈਟਰ ਨੇ, ਕਿਸੇ ਕਲਾਕਾਰ ਨੇ, ਬਾਬੇ ਨਾਨਕ ਦੇ ਬੇਬੇ ਨਾਨਕੀ ਰੱਖੜੀ ਬੰਨੀ ਜਾਂਦੀ ਆ। ਕੋਈ ਸਤਿਨਾਮ। ਇਹ ਸਭ ਮਨੋਕਲਪਿਤ ਗੱਲਾਂ ਹੈ। ਇਹ ਕਿਸੇ ਦੇ ਗੁਰੂ ਪਿਆਰੋ ਕਾਰਨ ਕਹਿਣ ਤੇ ਬਣਾਈਆਂ ਹੋਈਆਂ ਤਾਂ ਕਿ ਜਿਹੜਾ ਇਹ ਸਿੱਖ ਪੰਥ ਨਿਰਾਲਾਪਨ ਹੋ ਗਿਆ, ਜਬਲਾ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਇਹਨੂੰ ਦੁਬਾਰਾ ਰਲਗੱਡ ਕਰਨ ਦੀਆਂ ਕੋਸ਼ਿਸ਼ਾਂ ਹੈ। ਕਿਉਂਕਿ ਇਹ ਇੱਕ ਨਿਆਰਾ ਹੋ ਚੁੱਕਿਆ, ਦੁੱਧ ਵਿੱਚੋਂ ਘਿਓ ਅਲੱਗ ਹੋ ਚੁੱਕਿਆ ਇਹ ਨਰੋਲ ਤੇ, ਪਰ ਮਕਸਦ ਹੈ ਕਿ ਇਹਨੂੰ ਦੁਬਾਰੇ ਰਲਗੱਡ ਕੀਤਾ ਜਾਵੇ। ਤਾਂ ਕੌਲ ਰਾਏ ਕਹਿੰਦਾ ਮੈਂ ਸੁਣਿਆ ਬਾਬੇ ਨਾਨਕ ਨੇ ਵੀ ਸਰਾਧ ਕੀਤੇ ਸਨ। ਨੌਵੀਂ ਕੇ ਦਿਨ ਵੀ ਰਹੇ, ਦਸਵੀਂ ਕੋ ਪਰਲੋਕ ਪ੍ਰਭ ਲਹੇ। ਔਰ ਕਹਿੰਦੇ ਜਾਂਦੇ ਜਾਂਦੇ ਉਹ ਵੀ ਸਰਾਧ ਕਰਕੇ ਗਏ ਨ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੀ ਕਹਿੰਦੇ ਹਨ? ਬਾਬੇ ਨਾਨਕ ਕ੍ਰਿਤ ਕੀਨੀ, ਹਮ ਤੁਮ ਕੋ ਚਾਹੀਤ ਸੋ ਚੀਨੀ। ਇਸ ਕਰਕੇ ਕਹਿੰਦਾ ਅਸੀਂ ਸਰਾਧ ਕਰਦੇ ਹਾਂ। ਤਿਮਹੀ ਕਰਬੋ ਬਨੇ ਵਿਚਾਰੋ, ਤਿਸਮੇ ਤਰਕ ਨਾ ਤਨ ਕੂ ਚਾਰੋ। ਹੁਣ ਕੌਲ ਰਾਏ ਨੇ ਲੋਕਾਂ ਤੋਂ ਸੁਣਿਆ ਹੋਣਾ, ਕਿਉਂਕਿ ਬ੍ਰਾਹਮਣਾਂ ਨੇ ਉਦੋਂ ਹੀ ਕੰਮ ਚਲਾਤਾ ਸੀਗਾ ਇਹ ਸਾਨੂੰ ਰਲਗੱਡ ਹੋਣ ਤੋਂ ਰੋਕਣ ਵਾਸਤੇ। ਅੱਜ ਵੀ ਕਿਹਾ ਜਾਂਦਾ ਹੈ ਇਹ ਸਿੱਖ ਹਿੰਦੂਆਂ ਵਿੱਚੋਂ ਹੀ ਨਿਕਲੇ ਹਨ। ਇਹ ਸਿੱਖ ਤਾਂ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਪੈਦਾ ਹੋਇਆ। ਕਿਉਂ ਬਈ? ਇਹ ਜ਼ੁਲਮ ਨੂੰ ਰੋਕਣ ਵਾਸਤੇ ਪੈਦਾ ਹੋਇਆ। ਜੇ ਹਿੰਦੂ ਵੀ ਮੁਸਲਮਾਨ ਤੇ ਜ਼ੁਲਮ ਕਰੇਗਾ ਉਹਨੂੰ ਵੀ ਰੋਕਿਆ ਸਮੇਂ ਸਮੇਂ ਤੇ ਜੇ ਮੁਸਲਮਾਨਾਂ ਨੇ ਮੁਗਲਾਂ ਨੇ ਜ਼ੁਲਮ ਕੀਤਾ ਹਿੰਦੂਆਂ ਤੇ ਜਾਂ ਕਿਸੇ ਤੇ ਵੀ ਤਾਂ ਉਹਨੂੰ ਵੀ ਰੋਕਿਆ। ਹੁਣ ਮੈਂ ਤੁਹਾਨੂੰ ਇਸ ਵਿਸ਼ੇ ਤੇ ਬਹੁਤ ਵੱਡੀ ਉਦਾਹਰਨ ਦੇ ਕੇ ਦੱਸਾਂ। ਜਿਹਦੀ ਸਰਕਾਰ ਹੁੰਦੀ ਹੈ ਉਹਦੀ ਫੌਜ ਹੁੰਦੀ ਹੈ, ਤੇ ਜਿਹੜੇ ਦੇਸ਼ ਦੀ ਫੌਜ ਹੁੰਦੀ ਹੈ ਆਪਣੇ ਦੇਸ਼ ਦੀ ਰਕਸ਼ਾ ਕਰਦੀ ਆ। ਕਹੋ ਸਤਿਨਾਮ। ਭਾਰਤੀ ਸਰਕਾਰ ਹੈ ਤੇ ਭਾਰਤੀ ਫੌਜ ਭਾਰਤ ਦੀ ਰਕਸ਼ਾ ਕਰਦੀ ਹੈ। ਪਾਕਿਸਤਾਨ ਦੀ ਫੌਜ ਪਾਕਿਸਤਾਨ ਦੀ ਰਕਸ਼ਾ ਕਰੂਗੀ, ਅਮਰੀਕਾ ਦੀ ਫੌਜ ਅਮਰੀਕਾ ਦੀ ਰਕਸ਼ਾ ਕਰੂਗੀ।
ਤੇ ਖਾਲਸਾ ਕਿਹਦੀ ਫੌਜ ਹੈ ਭਲਾ, ਤੇ ਦੇਸ਼ ਕਿਹਦਾ ਹੈ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਖਾਲਸਾ ਪਾਰ ਬ੍ਰਹਮ ਕੀ ਫੌਜ। ਜਿਹੜਾ ਖਾਲਸਾ ਪੰਥ ਹੈ ਪਰਮੇਸ਼ਰ ਦੀ ਫੌਜ ਹੈ, ਤੇ ਪਰਮੇਸ਼ਰ ਦੀ ਹੱਦਬੰਦੀ ਇਕੱਲੇ ਭਾਰਤ 'ਚ ਹੈ, ਇਕੱਲੇ ਹਿੰਦੂਆਂ 'ਤੇ ਹੈ। ਉਹ ਪਰਮੇਸ਼ਰ ਤਾਂ ਆਲ ਵਰਲਡ ਤਿੰਨਾਂ ਲੋਕਾਂ ਦਾ ਮਾਲਕ ਹੈ, ਤੇ ਖਾਲਸਾ ਫੌਜ ਜਿੱਥੇ ਵੀ ਜ਼ੁਲਮ ਹੋਵੇਗਾ ਉੱਥੇ ਜਾ ਕੇ ਅੜੂਗਾ, ਖੜੂਗਾ। ਕਹੋ ਸਤਿਨਾਮ, ਕਿਉਂਕਿ ਪਰਮੇਸ਼ਰ ਦੀ ਫੌਜ ਆ। ਪਿੱਛੇ ਜੇ ਗੁਰੂ ਪਿਆਰੂ ਜਿਸ ਵੇਲੇ ਆਹ ਕਰੋਨਾ ਆਇਆ ਸੀਗਾ, ਕੁਝ ਕਸ਼ਮੀਰ ਦੀਆਂ ਬੱਚੀਆਂ ਇੱਧਰ ਜਿਹੜੀਆਂ ਪੜ੍ਹਦੀਆਂ ਸਨ, ਕਾਲਜ ਬੰਦ ਹੋ ਗਏ ਸਾਰੇ, ਹੁਣ ਉਹਨਾਂ ਨੇ ਵਾਪਸ ਜਾਣਾ ਸੀ, ਸਭ ਕੁਝ ਬੰਦ ਹੋ ਗਿਆ। ਉਹਨਾਂ ਨੂੰ ਖਤਰਾ ਪੈਦਾ ਹੋ ਗਿਆ ਵੀ ਸਾਡੀ ਕਿਤੇ ਕੋਈ ਬੇਅਦਬੀ ਨਾ ਕਰ ਦੇਵੇ, ਅਸੀਂ ਕਿੱਥੇ ਰਹੀਏ, ਕੀ ਖਾਈਏ। ਤੇ ਉਸ ਵੇਲੇ ਉਹਨਾਂ ਨੂੰ ਟਿਕਾਣੇ 'ਤੇ ਪਹੁੰਚਾਉਣ ਵਾਲਾ ਪਤਾ ਕੌਣ ਸੀਗਾ? ਆ ਖਾਲਸਾ ਏਡ। ਇਹਨਾਂ ਨੇ ਪੈਸਾ ਇਕੱਠਾ ਕਰਕੇ ਕਿਰਾਇਆ ਲੈ ਕੇ, ਜਹਾਜ਼ ਦਾ ਕਿਰਾਇਆ ਬਣਾ ਕੇ ਉਹਨਾਂ ਨੂੰ ਇਸ ਭਾਰਤ ਵਿੱਚੋਂ ਕਸ਼ਮੀਰ ਤੱਕ ਜਹਾਜ਼ 'ਤੇ ਪਹੁੰਚਾਇਆ ਸੀ। ਕੋ ਤਾਂ ਕਿ ਕੋਈ ਸਾਨੂੰ ਇਹ ਨਾ ਕਹੇ ਕਿ ਇਹ ਭਾਰਤ ਦੇ ਵਿੱਚ ਕਸ਼ਮੀਰ ਦੀਆਂ ਬੱਚੀਆਂ ਦੀ ਬੇਅਦਬੀ ਹੋ ਗਈ ਤੇ ਖਾਲਸਾ ਉੱਥੇ ਹੈ ਨਹੀਂ ਸੀਗਾ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਨੇ ਭਾਈ ਜੈਤਾ ਜੀ ਨੂੰ ਪੁੱਛਿਆ, ਉਹ ਜੈਤਿਆ ਜੀਵਨ ਸਿਆ, ਜਦੋਂ ਗੁਰੂ ਤੇਗ ਬਹਾਦਰ ਸ਼ਹੀਦੀ ਹੋਈ ਤੇ ਸਿੱਖ ਕਿੰਨੇ ਕੁ ਸੀਗੇ? ਕਹਿੰਦੇ ਜੀ ਸਿੱਖ ਤਾਂ ਬਹੁਤ ਸੀਗੇ, ਪਰ ਮੌਕਾ ਵਿਚਾਰ ਕੇ ਸਾਰੇ ਕਹਿਣ ਲੱਗੇ ਅਸੀਂ ਤਾਂ ਸਿੱਖ ਹੈ ਹੀ ਨਹੀਂ, ਵੀ ਸਾਨੂੰ ਵੀ ਕਿਤੇ ਮੁਗਲ ਮਾਰ ਨਾ ਦੇਣ। ਜਿਹੜਾ ਕਹੂਗਾ ਗੁਰੂ ਤੇਗ ਬਹਾਦਰ ਮੇਰਾ ਗੁਰੂ ਹੈ ਉਹਨੂੰ ਮਾਰ ਦੇਣਗੇ। ਪਹਿਲਾਂ 3 ਸਿੱਖ ਉਹਨਾਂ ਦੇ ਨਾਲ ਸ਼ਹੀਦ ਕੀਤੇ ਆ, ਮਤੀਦਾਸ, ਸਤੀਦਾਸ, ਭਾਈ ਦਿਆਲਾ ਜੀ। ਇਸ ਕਰਕੇ ਸਾਰੇ ਹੀ ਮੁੱਕਰ ਗਏ ਮਹਾਰਾਜ। ਉੱਥੇ ਦਿੱਲੀ ਦੇ ਲੋਕ ਕਹਿੰਦੇ ਇਸ ਤਾਂ ਸਿੱਖ ਹੀ ਨਹੀਂ ਹੈਗੇ। ਅੱਛਾ ਲੁਕ ਗਏ? ਹਾਂ ਮਹਾਰਾਜ, ਚੱਲ ਠੀਕ ਹੈ, ਮੈਂ ਐਸਾ ਪੰਥ ਸਜਾਊਂਗਾ ਲੱਖਾਂ ਵਿੱਚ ਵੀ ਖੜਾ ਪਛਾਣ ਹੋ ਕੇ ਉਹ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ। ਕਹੋ ਸਤਿਨਾਮ। ਉਹ ਪਛਾਣ ਸਾਡੀ ਅਲਾਹਦਾ ਕਰ ਦਿੱਤੀ, ਅਲਾਹ ਕਰ ਦਿੱਤੀ ਪਾਤਸ਼ਾਹ ਨੇ। ਹੁਣ ਦੱਸਣ ਦੀ ਲੋੜ ਨਹੀਂ ਪੈਣੀ ਕਿ ਅਸੀਂ ਸਿੰਘ ਹਾਂ ਜਾਂ ਸਿੱਖ ਹਾਂ, ਸਾਡੀ ਪਛਾਣ ਹੀ ਐਸੀ ਬਣਾਤੀ ਮੇਰੇ ਪ੍ਰੀਤਮ ਨੇ। ਤੋ ਇਸ ਕਰਕੇ ਕੌਲ ਰਾਏ ਉਤਲਿਆ ਹੋਇਆ ਸੀ ਰਸਤੇ ਤੋਂ। ਮੇਰੇ ਪ੍ਰੀਤਮ ਜੀ ਕਹਿਣ ਲੱਗੇ, ਕੌਲ ਰਾਏ ਇਸ ਪਾਸੇ ਆਪਾਂ ਨਹੀਂ ਜਾਣਾ। ਸ੍ਰੀ ਗੋਬਿੰਦ ਸਿੰਘ ਪਰਮਾਨਾ, ਮਨ ਲੀਨ ਮਨ ਪੁਨੇ ਬਖਾਨਾ। ਔਰ ਉਸ ਦਾ ਬਚਨ ਸੁਣ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਗੁਰ ਕੋ ਬੰਸ ਬੜੋ ਜਗ ਮਾਹੀ, ਚਾਹੀਏ ਰੱਖਣਾ ਮਿਰਜ਼ਾਦਾ ਤਾਹੀ। ਨਹੀਂ ਨਹੀਂ ਕੌਲ ਰਾਏ, ਤੁਸੀਂ ਗੁਰੂ ਵੰਸ਼ ਦੇ ਪੁੱਤਰ ਹੋ, ਸੋਢੀ ਵੰਸ਼ ਦੇ ਪੁੱਤਰ ਹੋ, ਤੁਹਾਨੂੰ ਗੁਰਮਤਿ ਦੀ ਮਰਜ਼ਾਦਾ ਵਿੱਚ ਰਹਿਣਾ ਚਾਹੀਏ। ਕੋ ਹੀਰਾ ਪਰ ਨਰ ਕਰੈ, ਯਾਤੇ ਬੜੇ ਮਿਰਜ਼ਾਦਾ ਧਰੈ। ਜਿਵੇਂ ਤੁਸੀਂ ਕਹਿ ਦਿੱਤਾ, ਇਹ ਵੀ ਬਣਾਈ ਹੋਈ ਗੱਲ ਹੈ। ਬਾਬੇ ਨਾਨਕ ਨੇ ਕੋਈ ਸ਼ਰਾਧ ਨਹੀਂ ਕੀਤੇ। ਜੇ ਸ਼ਰਾਧ ਕੀਤੇ ਹੋਦੇ ਫਿਰ ਉਹਨਾਂ ਦੀ ਬਾਣੀ ਐਂਟੀ ਜਾਂਦੀ ਹੈ ਸ਼ਰਾਧਾਂ ਦੇ। ਫਿਰ ਦੱਸੋ, ਆਪਣੇ ਮੁੱਖੋਂ ਉਚਾਰਨ ਕੀਤੇ ਹੋਏ ਬਚਨਾਂ ਦੇ ਉਲਟ ਗੁਰੂ ਸਾਹਿਬ ਕਿਵੇਂ ਜਾ ਪੈਣਗੇ? ਬਾਣੀ ਦੇ ਵਿੱਚ ਉਹ ਦਰਜ ਕੀਤਾ ਹੈ, ਜੀਵਤ ਪਿੱਤਰ ਨਾ ਮਾਨੈ ਕਹੋ ਮੂਏ ਸ਼ਰਾਧ ਕਰਾਹੀ, ਪਿੱਤਰ ਵੀ ਬਪਰੇ ਕਹੋ ਕਿਉ ਪਾਵੈ ਕਊਆ ਕੁੱਕਰ ਖਾਹੀ। ਫਿਰ ਉਸ ਘਰ ਦੇ ਵਿੱਚ ਜਿਹੜੀਆਂ ਚੀਜ਼ਾਂ ਨੂੰ ਕੰਡਮ ਕੀਤਾ ਗਿਆ ਹੈ, ਉਹਨਾਂ ਚੀਜ਼ਾਂ ਨੂੰ ਦੁਬਾਰੇ ਕਿਵੇਂ ਲਿਆਂਦਾ ਜਾਵੇਗਾ? ਫਿਰ ਰੀਤ ਵਿੱਚ, ਮਰਜ਼ਾਦਾ ਵਿੱਚ ਉਹ ਕੰਡਮ ਕੀਤੀਆਂ ਤੇ ਕੰਡਮ ਹਨ, ਉਹ ਸਾਡੇ ਕੰਮ ਦੀਆਂ ਹੈ ਨਹੀਂ। ਕਹੋ ਸਤਿਨਾਮ, ਅਸੀਂ ਨਹੀਂ ਉਹ ਕਰਨੀਆਂ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਕੌਲ ਰਾਏ ਛੱਡੋ ਇਹਨਾਂ ਚੀਜ਼ਾਂ ਨੂੰ। ਅੱਜ ਤੁਸੀਂ ਕਹਿੰਦੇ ਹੋ ਬਾਬੇ ਨਾਨਕ ਨੇ ਕੀਤੇ ਸੀ, ਨਹੀਂ ਕੀਤੇ ਉਹਨਾਂ ਨੇ, ਤੇ ਕੱਲ ਨੂੰ ਲੋਕ ਕਹਿਣਗੇ ਕੌਲ ਰਾਏ ਕਰਦਾ ਰਿਹਾ, ਅਸੀਂ ਵੀ ਕਰਾਂਗੇ। ਤੁਹਾਡੇ ਵੱਡਿਆਂ ਨੂੰ ਵੇਖ ਕੇ ਗਾ ਤੁਹਾਡੇ ਜਵਾਕਾਂ ਨੇ ਕਰ ਲੈਣੇ ਆ। ਬੰਦ ਕਰੋ ਇਹ ਚੀਜ਼ਾਂ ਇੱਥੇ ਹੀ। ਇਸ ਕਰਕੇ ਖਾਲਸਾ ਸੋਈ ਕੌਣ ਕੈਸਾ ਹੈ, ਖਾਲਸਾ मेरो रूप है खास, खालसे मैं हो करो निवास, खालसा मेरी जान की जान, खालसा मेरो प्राण को प्राण, खालसा मेरो मुख है अंगा, खालसे के हो सरसा संगा, जब लग खालसा रहे न्यारा, तब लग तेज दियो मैं सारा, जावे गह विपरन की रीत। ਤੇ ਜੇ ਇਹ ਵੀ ਬਾਹਮਣੀ ਕਰਮਕਾਂਡ ਕਰਨ ਲੱਗ ਪਿਆ, ਮੈਂ ਨਾ ਕਰੋ ਇਨਕੀ ਪ੍ਰਤੀਤ, ਫੇਰ ਮੇਰਾ ਕੁਛ ਨਹੀਂ ਲੱਗਦਾ। ਕਹੋ ਸਤਿਨਾਮ। ਜਿੰਨਾ ਚਿਰ ਨਿਆਰਾ ਪਰ ਬਣਾ ਕੇ ਰੱਖੂਗਾ ਮੈਂ ਸਾਰੀ ਤਾਕਤ ਦੇਵਾਂਗਾ, ਪਰ ਜਦੋਂ ਇਹ ਕਰਮਕਾਂਡਾਂ ਵਿੱਚ ਫਸ ਗਿਆ ਫਿਰ ਮੈਂ ਕਿਤੇ ਕੋਈ ਭਰੋਸਾ ਨਹੀਂ ਕਰਨਾ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਵੇ ਕਹੈ ਵਿਪਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਤਾਂ ਤੇ ਇਹ ਜਿਹੜੀ ਸਾਖੀ ਸਾਨੂੰ ਇਹ ਸਮਝਾਉਣ ਵਾਸਤੇ ਕਹਿੰਦੀ ਹੈ ਕਿ ਕੌਲ ਰਾਏ ਨੂੰ ਵੀ ਪਾਤਸ਼ਾਹ ਨੇ ਕਿਹਾ, ਨਹੀਂ ਕੌਲ ਰਾਏ ਐਸਾ ਕੰਮ ਆਪਾਂ ਨਹੀਂ ਕਰਨਾ, ਅੱਜ ਤੋਂ ਬੰਦ ਕਰ। ਇਉਂ ਗੁਰੂ ਪਿਆਰਿਓ ਬਚਨ ਬਿਲਾਸ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਕੀਤੇ ਹਨ।
ਕੌਲ ਰਾਏ ਸੋਢੀ ਨੇ, ਤੇ ਸਤਿਗੁਰਾਂ ਨੇ ਕੌਲ ਰਾਏ ਨੂੰ ਗੁਰਮਤਿ ਵਿੱਚ ਲਿਆ ਕੇ ਬਹੁਤ ਸਾਰੀਆਂ ਨਿਸ਼ਾਨੀਆਂ ਵੀ ਦਿੱਤੀਆਂ, ਜਿਹੜੀਆਂ ਅੱਜ ਵੀ ਗੁਰੂ ਪਿਆਰਿਓ ਇਸ ਨਗਰ ਦੇ ਵਿੱਚ ਪਈਆਂ ਹਨ। ਜਿੱਥੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਢਿਲਮਾਂ ਵਿੱਚ ਉਤਰਨਾ ਕੀਤਾ, ਕੌਲ ਰਾਏ ਸੋਢੀ ਦੇ ਨਾਂ 'ਤੇ ਉਹ ਗੁਰਦੁਆਰਾ ਸਾਹਿਬ ਹੈ। ਔਰ ਜਾ ਕੇ ਤੁਸੀਂ ਵੇਖ ਸਕਦੇ ਹੋ ਪੁਰਾਤਨ ਵਸਤੂਆਂ, ਕੁਝ ਪਾਤਸ਼ਾਹ ਜੀ ਦੀਆਂ ਆਪਣੀਆਂ ਵਸਤੂਆਂ, ਕੁਝ ਹੋਰ ਪੁਰਾਤਨ ਗ੍ਰੰਥ ਉੱਥੇ ਬੜੇ ਸੰਭਾਲ ਕੇ ਰੱਖੇ ਹੋਏ ਹੈ। ਔਰ ਸਾਨੂੰ ਸ਼ਰਾਧਾ ਨਰਾਤਿਆਂ ਤੋਂ ਵਰਜਿਆ ਗਿਆ ਹੈ। ਇਸ ਕਰਕੇ ਸਤਿਗੁਰਾਂ ਦੀ ਬਾਣੀ ਅਲਪ ਆਹਾਰ ਸੁਲਪਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ, ਥੋੜ੍ਹਾ ਖਾਣਾ ਚਾਹੀਦਾ, ਵਰਤ ਨਹੀਂ ਰੱਖਣੇ, ਅਸੀਂ ਕਰਮ ਕਰਨਾ 'ਚ ਨਹੀਂ ਜਾਣਾ। ਅਲਪ ਆਹਾਰ, ਹਾਂ ਭਜਨ ਕਰਨਾ, ਥੋੜ੍ਹਾ ਖਾਓ, ਖਾਓ ਜ਼ਰੂਰ। ਅਲਪ ਆਹਾਰ ਸੁਲਪਸੀ ਨਿੰਦਰਾ, ਜਗਰਾਤੇ ਨਹੀਂ ਕਰਨੇ, ਸੌਣਾ ਨਹੀਂ ਪੀ ਚਾਹੀਦਾ, ਥੋੜ੍ਹਾ ਬਹੁਤ ਸਰੀਰ ਵਾਸਤੇ ਥੋੜ੍ਹਾ ਸੌਣਾ ਚਾਹੀਦਾ। ਇਹ ਨਹੀਂ ਵੀ ਤੜਕੇ ਤੱਕ ਸੁੱਤੇ ਰਹੋ ਕੂਕ, ਸੌਣਾ ਵੀ ਚਾਹੀਦਾ ਸਰੀਰ ਵਾਸਤੇ, ਫੇਰ ਹੀ ਭਜਨ ਹੋਵੇਗਾ। ਅਲਪ ਆਹਾਰ ਸੁਲਪਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ, ਇਹ ਚੰਗੇ ਗੁਣ ਵੀ ਧਾਰਨ ਕਰਨੇ ਚਾਹੀਦੇ ਆ। ਸੀਲ ਸੰਤੋਖ ਸਦਾ ਨਿਰਵਾਹਿਵੋ ਹਵੈਵੋ, ਤ੍ਰੈ ਗੁਣ ਅਤੀਤ ਰਜੋ ਸਮੋ ਸਤੋ, ਇਹਨਾਂ ਤੋਂ ਉੱਚੇ ਉੱਠੋ। ਕਾਮ ਕ੍ਰੋਧ ਅਹੰਕਾਰ ਲੋਭ ਹਠ ਮੋਹ ਨਾ ਮਨ ਸੋ ਲਿਆਵਾ, ਇਹਨਾਂ ਵਿਕਾਰਾਂ ਨੂੰ ਮਨ ਤੋਂ ਪਾਸੇ ਰੱਖੋ। ਤਬ ਹੀ ਆਤਮ ਤਤ ਕੋ ਦਰਸੈ ਪਰਮ ਪੁਰਖ ਕੈ ਪਾਵੈ, ਫਿਰ ਤੁਸੀਂ ਪਰਮੇਸ਼ਰ ਨੂੰ ਜਾਣ ਸਕਦੇ ਹੋ, ਪਾ ਸਕਦੇ ਹੋ। ਮੇਰੇ ਪ੍ਰੀਤਮ ਜੀ ਕਹਿੰਦੇ ਇਸ ਤਰ੍ਹਾਂ ਸਤਿਗੁਰ ਬਚਨ ਬਿਲਾਸ ਕੀਤੇ ਔਰ ਉੱਥੇ ਡੇਰਾ ਕਰ ਲਿਆ ਜੀ। ਔਰ ਆਨੰਦਪੁਰੀ ਕੋ ਜੰਗ ਕਿਤੇ ਕੋ ਸੁਨਾਵਨ ਕਰੇ ਪ੍ਰਸੰਗ। ਫਿਰ ਆਨੰਦਪੁਰ ਸਾਹਿਬ ਦੇ ਜੰਗ ਦੀਆਂ ਗੱਲਾਂ ਚੱਲ ਪਈਆਂ। ਕੌਲ ਰਾਏ ਸੋਢੀ ਪੁੱਛਣ ਲੱਗਿਆ, ਸਤਿਗੁਰਾਂ ਨੇ ਸਿੰਘਾਂ ਨੇ ਦੱਸਣੀਆਂ ਕੀਤੀਆਂ ਜੀ। ਸੇਵਾ ਸਭ ਸੋਢੀਨ ਕਰਾਈ, ਤ੍ਰਿਣਦਾਨਾ ਦੇ ਕਰ ਸਮਦਾਈ। ਔਰ ਇੱਥੇ ਸੋਢੀਆਂ ਨੇ, ਕੌਲ ਰਾਏ ਦੇ ਪਰਿਵਾਰ ਨੇ ਤੇ ਨਗਰ ਨਿਵਾਸੀਆਂ ਨੇ ਰਲ ਕੇ ਗੁਰੂ ਕੇ ਘੋੜਿਆਂ ਦੀ, ਗੁਰੂ ਕੇ ਸਿੰਘਾਂ ਦੀ ਜਲ ਪਾਣੀ ਦੀ ਸੇਵਾ, ਘਾਹ ਆਦਿ ਲੈ ਕੇ ਆਉਣਾ ਕੀਤਾ ਜੀ। ਭਲੀ ਪ੍ਰਕਾਰ ਆਹਾਰ ਕਰਾਏ, ਬੈਠੇ ਬਹੁਰ ਪ੍ਰਸੰਗ ਚਲਾਏ। ਔਰ ਲੰਗਰ ਤਿਆਰ ਕੀਤਾ ਤੇ ਸਿੰਘਾਂ ਨੂੰ ਲੰਗਰ ਛਕਾਇਆ। ਸਤਿਗੁਰਾਂ ਦੇ ਕੋਲ ਵੀ ਥਾਲ ਲਾ ਕੇ ਲਿਆਂਦਾ, ਉਹਨਾਂ ਨੂੰ ਵੀ ਛਕਾਉਣਾ ਕੀਤਾ ਜੀ। ਤੁਮ ਕੋ ਮਿਲਿਓ ਕਪੂਰਾ ਕੇ ਨਹੀਂ, ਸੇਵਾ ਕਰੀ ਕੇ ਨਹੀਂ ਸ਼ਰਧਾ ਲਾਹੇ। ਤਾਂ ਇੱਥੇ ਕੌਲ ਰਾਏ ਪੁੱਛਦਾ, ਮਹਾਰਾਜ ਤੁਸੀਂ ਇੱਧਰ ਦੀ ਆਏ ਹੋ ਕੋਟਕਪੂਰੇ ਵਿੱਚ ਦੀ? ਕਹਿੰਦੇ ਹਾਂ। ਤੇ ਤੁਹਾਨੂੰ ਕਪੂਰਾ ਨਹੀਂ ਮਿਲਿਆ ਉੱਥੇ? ਉਹਨੇ ਕੋਈ ਸੇਵਾ ਸੁਵਾ ਤੁਹਾਡੀ ਰਾਹ 'ਚ ਕੀਤੀ ਕਿ ਨਹੀਂ? ਸ੍ਰੀ ਗੁਰ ਤਤਕਾਲ ਉਚਾਰੀ, ਹਮ ਕਪੂਰੇ ਜੜਾ ਉਖਾਰੀ। ਪਾਤਸ਼ਾਹ ਕਹਿੰਦੇ ਅਸੀਂ ਤਾਂ ਕਪੂਰੇ ਦੀਆਂ ਜੜ੍ਹਾਂ ਪੱਟੇ ਆਏ। ਕਹੋ ਸਤਿਨਾਮ। ਅਸੀਂ ਤਾਂ ਕਪੂਰੇ ਦੀਆਂ ਜੜ੍ਹਾਂ ਪੱਟੇ ਆਏ, ਕਿਉਂਕਿ ਕਪੂਰੇ ਤੋਂ ਉਹਦਾ ਕਿਲਾ ਮੰਗਿਆ ਸੀ ਜੰਗ ਕਰਨ ਵਾਸਤੇ, ਉਹਦੀ ਹਵੇਲੀ ਮੰਗੀ ਸੀ ਬਈ ਸਾਨੂੰ ਇਹ ਹਵੇਲੀ ਦੇ ਦੇ, ਤੈਨੂੰ ਅਸੀਂ ਧਰਤੀ ਦਾ ਰਾਜਾ ਬਣਾ ਦਿਆਂਗੇ। ਪਰ ਉਹ ਤਾਂ ਡਰ ਗਿਆ, ਨਾ ਨਾ ਮੈਨੂੰ ਤਾਂ ਮੁਗਲ ਜਿਹੜੇ ਹਨ ਫਾਂਸੀ ਦੇ ਕੇ ਮਾਰ ਦੇਣਗੇ। ਨਾ ਮਾਰੇ, ਅਸੀਂ ਤਾਂ ਸਰਕਾਰੀ ਬੰਦੇ, ਅਸੀਂ ਕਿਵੇਂ ਉਲਟ ਹੋ ਸਕਦੇ ਹਾਂ ਉਹਨਾਂ ਨੇ। ਤੇ ਪਾਤਸ਼ਾਹ ਕਹਿੰਦੇ ਅਸੀਂ ਉਹਨਾਂ ਦੀਆਂ ਜੜ੍ਹਾਂ ਪੱਟੇ ਆਏ। ਰਹਿ ਨਾ ਪਾਏ ਬਿਨਾਸੀ ਹੋਏ, ਬਾਕ ਨਾ ਮਾਨਿਓ ਮਹਿਮਾ ਜੋਏ। ਉਸ ਨੇ ਸਾਡਾ ਬਚਨ ਨਹੀਂ ਮੰਨਿਆ, ਅਸੀਂ ਉਹ ਤੋਂ ਕਿਲਾ ਮੰਗਿਆ ਸੀਗਾ ਤੇ ਉਹ ਜਲਦੀ ਹੀ ਵਿਨਾਸ਼ ਹੋ ਜਾਵੇਗਾ। ਸੁਨਤ ਕੌਲ ਕੇ ਛੋਭ ਵਿਸਾਲਾ, ਨਿਜ ਸਿੱਖ ਲੱਖ ਬੋਲਿਓ ਤਤਕਾਲਾ। ਹੁਣ ਸ਼ਾਇਦ ਕਪੂਰਾ ਜਿਹੜਾ ਹੈ ਇਹ ਕੌਲ ਰਾਏ ਨੂੰ ਗੁਰੂ ਮੰਨਦਾ ਹੋਣਾ। ਕਹੋ ਸਤਿਨਾਮ। ਜਦ ਕੌਲ ਰਾਏ ਨੂੰ ਪਤਾ ਲੱਗਿਆ ਵੀ ਕਪੂਰੇ ਦੀਆਂ ਜੜ੍ਹਾਂ ਪੱਟਤੀਆਂ, ਬਾਪੂ ਕਹਿੰਦਾ ਹੈ, ਤਾਂ ਇਹਦੇ ਮਨ ਦੇ ਵਿੱਚ ਸ਼ੋਭ ਤੀਰ ਲੱਗਿਆ, ਭਾਵ ਦੁੱਖ ਜਾ ਹੋਇਆ ਵੀ ਯਾਰ ਹੈ ਉਹ ਤਾਂ ਮੇਰਾ ਸਿੱਖ ਸੀ, ਚੇਲਾ ਸੀ। ਜਰਾ ਕਪੂਰੇ ਕੀ ਡਿਡ ਭਾਰੀ, ਹਮਨੇ ਰਾਖੀ ਪੇਟ ਮਜਾਰੀ। ਉਹ ਵਾਹਿਗੁਰੂ ਵਾਹਿਗੁਰੂ। ਦੇਖੋ ਕੌਲ ਰਾਏ ਕਹਿੰਦਾ ਜੀ ਕੌਲ ਦੀਆਂ ਜੜ੍ਹਾਂ ਕਿਵੇਂ ਪੱਟੀਆਂ ਜਾਣਗੀਆਂ? ਉਹਦੀਆਂ ਜੜ੍ਹਾਂ ਤਾਂ ਸਾਡੇ ਢਿੱਡ ਵਿੱਚ ਲੱਗੀਆਂ ਹੋਈਆਂ। ਹੋਏ ਪੇਟ ਕੋ ਪਾੜੇ ਜੋਏ, ਜਿਸ ਕੀ ਜੜਾ ਉਖਾਰੇ ਸੋਏ। ਤੇ ਮਹਾਰਾਜ ਜਿਹੜਾ ਮੇਰੇ ਪੇਟ ਨੂੰ ਪਾੜੂਗਾ ਫਿਰ ਉਹਦੀਆਂ ਜੜ੍ਹਾਂ ਪੱਟ ਸਕਦਾ ਹੈ। ਸੁਣਤ ਸ਼ੀਗਰ ਹੀ ਕੌਲ ਮਤੇ ਕੋ, ਸ੍ਰੀ ਗੁਰੂ ਉੱਤਰ ਦਿਓ ਪਤੇ ਕੋ। ਤੇ ਪਾਤਸ਼ਾਹ ਜੀ ਇਹਦਾ ਵਚਨ ਸੁਣ ਕੇ ਕੀ ਜਵਾਬ ਦਿੰਦੇ ਆ? ਪਾੜੇ ਜਬੂ ਪੇਟ ਤੁਹਾਰੋ, ਤਬ ਤੁਮ ਹੀ ਤੈ ਜਰਾ ਉਖਾਰੋ। ਕਹਿੰਦੇ ਠੀਕ ਆ, ਫਿਰ ਜਦੋਂ ਤੇਰਾ ਪੇਟ ਪਾੜਿਆ ਜਾਊਗਾ ਤੂੰ ਹੀ ਉਹਦੀਆਂ ਜੜ੍ਹਾਂ ਪੱਟੇਗਾ, ਤੇਰੇ ਹੱਥੋਂ ਹੀ ਪੱਟਿਆ ਜਾਊਗਾ। ਉਹ ਜਿਸ ਰਚਾਇਤ ਜਤਨ ਬਨਾਵੋ, ਤਿਸ ਕੋ ਨਾਸ਼ ਕਰ ਉਤਲਾਵੋ। ਉਤਲਾਵੋ ਬੜਾ ਕਾਲਾ ਹੈ। ਅਸੀਂ ਤਾਂ ਉਹਦੀਆਂ ਜੜ੍ਹਾਂ ਪੱਟਣ ਨੂੰ ਫਿਰਦੇ ਹਾਂ, ਸਾਡੀ ਗੱਲ ਨਹੀਂ ਮੰਨੀ। ਅਸੀਂ ਧਰਮ ਨੂੰ ਕਾਇਮ ਕਰਨ ਵਾਸਤੇ ਮੁਗਲਾਂ ਦਾ ਨਾਸ਼ ਕਰਨਾ ਸੀਗਾ, ਤੂੰ ਉਹਦੀਆਂ ਜੜ੍ਹਾਂ ਬਚਾਉਣ ਨੂੰ ਫਿਰਦਾ। ਜਿਸ ਦੀਆਂ ਰੱਛਾ ਕਰਨ ਦੀ ਤੂੰ ਯਤਨ ਕਰਦਾ ਵੀ ਸਾਨੂੰ ਕਹਿਣਾ ਮੇਰੇ ਪੇਟ 'ਚ ਮੈਨੂੰ ਕੌਣ ਮਾਰੂਗਾ, ਮੈਂ ਸੋਢੀਆਂ ਦਾ ਮੁੰਡਾ, ਮੈਨੂੰ ਕੌਣ ਮਾਰੂਗਾ? ਤੇ ਜਦੋਂ ਮੈਂ ਨਹੀਂ ਮਾਰਦਾ ਤੇ ਕਪੂਰਾ ਕਿਵੇਂ ਮਰੂਗਾ?
ਪਾਤਸ਼ਾਹ ਕਹਿੰਦੇ ਠੀਕ ਹੈ, ਫਿਰ ਤੇਰਾ ਪੇਟ ਪਾੜ ਕੇ ਹੀ ਉਹਦਾ ਨਾਸ਼ ਹੋਵੇਗਾ। ਸੁਣਤ ਕੌਲ ਸਰਾਫੀ ਬਿਸਮਾਇਓ ਭਇਓ ਮੋਏ ਪੀ ਭਲਿਓ ਬਚਾਇਓ। ਕਹਿੰਦੇ ਜਾ ਯਾਰ, ਮੈਂ ਤਾਂ ਉਹਨੂੰ ਬਚਾਉਣ ਲੱਗਿਆ ਸੀ, ਮੈਂ ਤਾਂ ਆਪਦੀ ਵੀ ਮੌਤ ਸੇੜ ਲਈ ਆ। ਕਹੋ ਸਤਨਾਮ। ਮਾੜੇ ਬੰਦੇ ਦਾ ਸਾਥ ਦੇਣ ਵਾਲਾ ਵੀ ਮਾੜਾ ਹੀ ਹੁੰਦਾ ਹੈ ਨਾ। ਇਸ ਕਰਕੇ ਇਸ ਨੇ ਉਸ ਮਾੜੇ ਬੰਦੇ ਦਾ ਸਾਥ ਦਿੱਤਾ। ਆਪਦੇ ਜਣੇ ਆਪਣਾ ਸਿੱਖ ਜਾਣ ਕੇ, ਆਪਣਾ ਚੇਲਾ ਬਾਲਕਾ ਜਾਣ ਕੇ ਬਚਾਉਣਾ ਚਾਹੁੰਦਾ ਸੀ, ਕਿਉਂਕਿ ਚੌਧਰੀ ਸੀਗਾ, ਰਾਸ਼ਨ ਪਾਣੀ ਵੀ ਖੁੱਲ੍ਹਾ ਭੇਜਦਾ ਹੋਊ ਕੌਲ ਦੇ ਕੋਲੇ। ਇਸ ਕਰਕੇ ਗੁਰੂ ਪਿਆਰਿਓ ਹੁਣ ਘਬਰਾ ਗਿਆ ਜਦੋਂ ਪਾਤਸ਼ਾਹ ਨੇ ਇਹਨੂੰ ਵੀ ਬਚਨ ਕਰਤਾ। ਕਹਿੰਦੇ ਪਹਿਲਾਂ ਤੇਰਾ ਹੀ ਪੇਟ ਪਾਟੂਗਾ, ਫਿਰ ਉਹ ਵੀ ਮਰੂਗਾ। ਐਸਨ ਮੁਖ ਪਨ ਕਛੂ ਚਾਰਾ ਭੀਮ ਸ਼ਰਾਬ ਤੇ ਡਰ ਉਰਤਾਰਾ। ਭੀਮ ਹੁੰਦਾ ਭਿਆਨਕ। ਇਸ ਵੱਡੇ ਬਚਨ ਤੋਂ, ਵੱਡੇ ਸਰਾਪ ਰੂਪੀ ਬਚਨ ਤੋਂ, ਵੈਸੇ ਗੁਰੂ ਕਿਸੇ ਦਾ ਮਾੜਾ ਨਹੀਂ ਕਰਦਾ। ਸਤਿਗੁਰ ਸਭਨਾਂ ਦਾ ਭਲਾ ਮਨਾਇੰਦਾ, ਤਿਸ ਦਾ ਬੁਰਾ ਕਿਉਂ ਹੋਏ। ਪਰ ਔਖੇ ਸਮੇਂ ਤਾਂ ਫਿਰ ਗੁਰੂ ਦਾ ਸਾਥ ਦੇਣਾ ਹੀ ਚਾਹੀਦਾ ਸੀ ਨਾ ਕਪੂਰੇ ਨੂੰ ਵੀ। ਤੇ ਇਸ ਕੌਲ ਰਾਏ ਨੂੰ ਵੀ ਗੁੱਸਾ ਆਉਣਾ ਚਾਹੀਦਾ ਸੀ ਵੀ ਕਪੂਰੇ ਨੇ ਕਿਉਂ ਨਾ ਕਿਲਾ ਦਿੱਤਾ, ਚਲੋ ਮੈਂ ਬੇਨਤੀ ਕਰ ਲੈਣਾ, ਦੇ ਦੇਵੇਗਾ। ਪਰ ਇਹ ਉਲਟਾ ਉਹਨੂੰ ਬਚਾਉਣ ਤੇ ਚੱਲ ਪਿਆ। ਤੇ ਪਾਤਸ਼ਾਹ ਕਹਿਣ ਲੱਗੇ ਇਸ ਕਰਕੇ ਉਹ ਹੁਣ ਨਹੀਂ ਬਚਦਾ। ਤੇ ਜੇ ਤੂੰ ਸੋਚਦਾ ਮੈਂ ਬਚਾ ਲੂੰਗਾ, ਪਹਿਲਾਂ ਤੂੰ ਮਰੇਗਾ ਫਿਰ ਉਹ ਮਰੇਗਾ। ਪਹਿਲਾਂ ਸੱਜੀਆਂ ਖੱਬੀਆਂ ਬਾਹਾਂ ਭੱਜਦੀਆਂ ਤੇ ਫਿਰ ਅਸਲੀ ਮਰਦਾ ਹੈ। ਸੋਚਤ ਪਿਓ ਆਪਣੇ ਭਵਨੋ ਬਾਕਨਾ ਮਿੱਟੀ ਬਨੇ ਬਿਦ ਕਵਨੋ। ਹੁਣ ਇਹ ਕੌਲ ਰਾਏ ਸੋਚਣ ਲੱਗਿਆ ਆਪਣੇ ਘਰ ਵਿੱਚ ਬੈਠ ਕੇ, ਬਈ ਗੁਰੂ ਗੋਬਿੰਦ ਸਿੰਘ ਦਾ ਕਿਹਾ ਹੋਇਆ ਬਚਨ ਹੁਣ ਮਿਟਣਾ ਨਹੀਂ। ਮੋਹੇ ਪੇਟ ਕੋ ਸੋ ਕਿਮ ਪਾਰੇ ਤੇ ਆਦਿਕ ਪੋ ਗੱਡੀ ਵਿਚਾਰ ਹੈ। ਕਹਿੰਦਾ ਮੇਰੇ ਪੇਟ ਨੂੰ ਕਿਵੇਂ ਪਾੜਨਗੇ। ਹੁਣ ਇਹ ਸੋਚਣ ਲੱਗਿਆ ਵੀ ਮੇਰੇ ਪੇਟ ਨੂੰ ਕੌਣ ਪਾੜੂਗਾ। ਕਿਉਂਕਿ ਕੋਈ ਨਾ ਕੋਈ ਤਾਂ ਪਾੜੂਗਾ। ਹੁਣ ਉਹਦੇ ਵਾਸਤੇ ਤਿਆਰੀ ਕਰਨ ਲੱਗਿਆ ਵੀ ਮੇਰੇ ਪੇਟ ਨੂੰ ਕੌਣ ਪਾੜੂਗਾ। ਸੁਪਤ ਜਥਾ ਸੁਖ ਰਾਤ ਬਿਤਾਈ ਸੋਚ ਸਨਾਨ ਪ੍ਰਾਂਤ ਹੋਇ ਆਈ। ਤੋ ਇਹ ਰਾਤ ਨੂੰ ਸੋਚਦਾ ਸੌਂ ਗਿਆ। ਦਿਨ ਚੜਿਆ ਜੀ। ਬਾਹਰ ਕੌਲ ਕੋਸ਼ਿਸ਼ ਕਰ ਤਿਆਰੀ ਸੁਖਮ ਸੀਤ ਵਸਤਰ ਮੁੱਲ ਭਾਰੀ। ਔਰ ਹੁਣ ਇਹ ਆਪਣੇ ਘਰੋਂ ਗੁਰੂ ਸਾਹਿਬ ਦੇ ਵਾਸਤੇ ਇੱਕ ਪੋਸ਼ਾਕ ਬੜੀ ਕੀਮਤੀ ਲੈ ਕੇ ਚੱਲਿਆ ਜੀ। ਕਰ ਚਲ ਆਇਓ ਚਿਤ ਚਿੰਤਾ ਬੈਠਿਓ ਨਿਕਟ ਹੋਏ ਭਗਵੰਤਾ। ਔਰ ਸਤਿਗੁਰਾਂ ਦੇ ਕੋਲ ਆ ਗਿਆ ਤੇ ਕੋਲ ਆ ਕੇ ਇਹਨੇ ਸਾਹਮਣੇ ਉਹ ਪੋਸ਼ਾਕ ਰੱਖੀ ਹੈ ਤੇ ਚਿੰਤਾ ਦੇ ਵਿੱਚ ਹੈ ਵੀ ਸ਼ਾਇਦ ਗੁਰੂ ਖੁਸ਼ੀ ਦੇ ਘਰ ਵਿੱਚ ਆ ਕੇ ਮੈਨੂੰ ਮਾਫ ਕਰ ਦੇਣ। ਅਰਪਨ ਕਰੇ ਵਸਤਰ ਬਚ ਪਾਖੋ ਅਬ ਨੀਲਾ ਪਰ ਕੋ ਨਹਿ ਰਾਖੋ। ਔਰ ਪਿੱਛੋਂ ਨੀਲਾ ਚੋਲਾ ਪਾਇਆ ਸੀ, ਨੀਲਾ ਬਾਣਾ ਪਾਇਆ ਸੀ ਪਾਤਸ਼ਾਹ ਜੀ ਨੇ ਮਾਛੀਵਾੜੇ ਤੋਂ। ਉਹ ਹਜੇ ਪਹਿਨਿਆ ਹੋਇਆ ਨੀਲਾ ਬਾਣਾ ਹੀ ਚੱਲ ਰਿਹਾ ਹੈ। ਇਸ ਨੇ ਚਿੱਟਾ ਬਾਣਾ ਲਿਆ ਕੇ ਪੇਸ਼ ਕੀਤਾ। ਕਹਿੰਦਾ ਜੀ ਇਹ ਨੀਲੇ ਵਸਤਰ ਲਾ ਲਿਓ। ਵਿਸਦ ਪੈਰ ਕਰ ਭਲੇ ਸੁਹਾਵੋ ਪੂਰਬਲੀ ਰੀਤਨ ਬਿਸਰਾਵੋ। ਔਰ ਪਹਿਲਾਂ ਵਾਲੀਆਂ ਰੀਤਾਂ ਛੱਡ ਕੇ ਜੰਗਾਂ ਯੁੱਧਾਂ ਦੀਆਂ ਤੁਸੀਂ ਆ ਚਿੱਟੇ ਵਸਤਰ ਪਹਿਨ ਲਓ। ਸ਼੍ਰੀ ਮੁਖ ਬੋਲੇ ਕਹੋ ਤੁਹਾਰੋ ਹਮਨੇ ਪਲਟ ਤੇਰੇ ਦੇ ਵਿਚਾਰੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੁਹਾਡਾ ਕਿਹਾ ਅਸੀਂ ਮੋੜਦੇ ਨਹੀਂ। ਕਰ ਪਹਿਰੇ ਸਰਬ ਸਰੀਰ ਕਰੇ ਉਤਾਰ ਨੀਲੇ ਚੀਰ। ਇੱਥੇ ਪਾਤਸ਼ਾਹ ਨੀਲਾ ਬਾਣਾ ਉਤਾਰ ਕੇ ਉਹਦਾ ਲਿਆਂਦਾ ਚਿੱਟਾ ਬਾਣਾ ਪਹਿਨ ਲਿਆ। ਬੈਠੇ ਬੌਰ ਤਿਸੀ ਅਸਥਾਨ ਕੀਤਕ ਸਿੰਘਨ ਲੱਗਿਓ ਦੀਵਾਨ। ਔਰ ਚਿੱਟਾ ਬਾਣਾ ਅੱਜ ਪਹਿਨ ਕੇ ਸਤਿਗੁਰੂ ਦੀਵਾਨ ਸਜਾ ਕੇ ਬੈਠੇ ਐ। ਸਿੰਘ ਵੀ ਆਸੇ ਪਾਸੇ ਬੈਠੇ ਹਨ। ਕਾਲ ਪੁੱਤਰ ਪੋਤੇ ਜੁਤ ਸਭੈ ਪੁਰਜਨ ਗਨ ਅਵਲੋਕੈ ਤਬੈ। ਔਰ ਨਗਰ ਨਿਵਾਸੀ ਕੌਲ ਦਾ ਪੁੱਤਰ, ਉਹਦੇ ਪੋਤਰੇ ਭਾਵ ਉਹਦਾ ਪਰਿਵਾਰ ਵੀ ਸਾਰਾ ਆ ਕੇ ਦਰਸ਼ਨ ਕਰਨ ਲੱਗਿਆ। ਜਵਾਲਤ ਅੰਗੀਠਾ ਗਨਾਗਾਰੀ ਨੀਲਾ ਬਰਲੇ ਹਾਥ ਮਜਾਰੀ। ਔਰ ਗੁਰੂ ਪਿਆਰੋ ਸਤਿਗੁਰਾਂ ਦੇ ਕੋਲ ਇੱਕ ਅੰਗੀਠਾ ਭਾਵ ਅੰਗੀਠੀ ਲਾਈ ਹੈ, ਸ਼ਾਇਦ ਹੱਥ ਸੇਕਣ ਵਾਸਤੇ। ਪਰ ਉਸ ਅੰਗੀਠੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਉਸ ਨੀਲੇ ਬਾਣੇ ਨੂੰ ਪਾ ਰਹੇ ਹਨ। ਨੀਰ ਪਾੜ ਕਰ ਤਿਸਤੇ ਸਤਿਗੁਰ ਸ਼੍ਰੀ ਮੁਖ ਤੇ ਤੁਕ ਏਵ ਉਚਰ ਕਰ। ਔਰ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਨੀਲੇ ਬਾਣੇ ਦੀ ਲੀਰ ਪਾੜੀ ਹੈ ਤੇ ਕੀ ਕਹਿੰਦੇ। ਨੀਲ ਬਸਤਰ ਲੈ ਕੱਪੜੇ ਪਾੜੇ ਤੁਰਕ ਪਠਾਨੀ ਅਮਲ ਗਿਆ। ਹਾਂ, ਜਿਹੜਾ ਤੁਰਕਾਂ ਵਾਲਾ ਅਮਲ ਧਾਰਨ ਕੀਤਾ ਸੀ ਗੁਰੂ ਸਾਹਿਬ ਨੇ, ਨੀਲਾ ਬਾਣਾ ਪਹਿਨਿਆ ਸੀਗਾ, ਹਾਜੀ ਬਣ ਕੇ ਮਾਛੀਵਾੜੇ ਚੋਂ ਨਿਕਲੇ ਸੀਗੇ। ਉਹ ਨੀਲਾ ਬਾਣਾ ਕਹਿੰਦੇ ਸਤਿਗੁਰੂ ਪਾਤਸ਼ਾਹ ਜੀ ਉਹਦੇ ਵਿੱਚ ਪਾ ਰਹੇ ਹਨ। ਔਰ ਪਾਉਂਦੇ ਹੋਏ ਕਹਿ ਰਹੇ ਹਨ ਕਿ ਤੁਰਕਾਂ ਵਾਲਾ ਅਮਲ
ਖਤਮ ਹੋ ਗਿਆ ਹੈ। ਪਟ ਕਰ ਤਤ ਛਿਨ ਲੀਰ ਜੋ ਕਰ ਮੈਂ ਅਗਨ ਬਿਖੀ ਪਟ ਡਾਰ ਦਿਆ। ਔਰ ਇਉਂ ਪੰਕਤੀ ਪੜ੍ਹ ਕੇ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਲੀਰਾਂ ਨੂੰ, ਨੀਲੇ ਵਸਤਰਾਂ ਦੀਆਂ ਲੀਰਾਂ ਨੂੰ ਅੱਗ ਵਿੱਚ ਪਾ ਰਹੇ ਹਨ। ਉਹਨੇ ਪਾੜ ਕਰ ਤਿਵੇਂ ਪਟ ਕਰ ਪਾਵਕ ਪਾਵਤ ਛਾੜ ਗਿਆ। ਇਸ ਤਰ੍ਹਾਂ ਨੀਲ ਵਸਤਰ ਕੱਪੜੇ ਫਾੜੇ ਤੁਰਕ ਪਠਾਣੀ ਅਮਲ ਗਿਆ ਨਾਲੇ ਬਚਨ ਕਰਦੇ ਆ ਤੇ ਨਾਲੇ ਉਹਦੇ ਵਿੱਚ ਪਾੜ ਕੇ ਲੀਰਾਂ ਨੂੰ ਅੱਗ ਵਿੱਚ ਪਾਈ ਜਾਂਦੇ ਹਨ। ਚੀਰਤ ਚੀਰ ਕਰਤ ਲਗ ਲਗ ਕੋ ਅਚਰਜ ਸਭ ਕੇ ਹਿਰਦੇ ਪਿਆ। ਔਰ ਸਾਰੇ ਹੈਰਾਨ ਹੋ ਕੇ ਦੇਖ ਰਹੇ ਆ ਪਾਤਸ਼ਾਹ ਦੇ ਕੌਤਕ ਨੂੰ। ਨੀਲੇ ਵਸਤਰੇ ਜਿਹੜੇ ਸਨ ਉਹਨਾਂ ਨੇ ਹੌਲੀ ਹੌਲੀ ਅਗਨ ਭੇਟ ਕਰਨੇ ਕੀਤੇ ਜੀ। ਸੁਣਤ ਬਚਨ ਹਰ ਕਿਰਿਆ ਬਿਲੋਕਤ ਔਰ ਸੰਸੇ ਜੁਤ ਕੋਲ ਪਿਆ। ਔਰ ਕੌਲ ਰਾਏ ਜਿਹੜਾ ਕੋਲ ਬੈਠਾ ਸੀਗਾ ਪਾਤਸ਼ਾਹ ਦੀ ਐਸੀ ਕਿਰਿਆ ਦੇਖ ਕੇ ਪੁੱਛਦਾ ਹੈ, ਰਿਪੇ ਤੁਕ ਕੋ ਪਟ ਪਟ ਸ਼੍ਰੀ ਮੁਖ ਪਾਰ ਪਾਰ ਪਟ ਜਾਰ ਦਿਆ। ਮਹਾਰਾਜ ਜੀ ਆਪ ਜੀ ਨੇ ਆਪਣੇ ਮੁਖ ਤੋਂ ਇਹ ਤੁਕ ਜਿਹੜੀ ਪੜ੍ਹੀ ਹੈ ਤੇ ਪੜ੍ਹ ਕੇ ਕੱਪੜੇ ਨੂੰ ਪਾੜ ਕੇ ਅੱਗ ਵਿੱਚ ਪਾਇਆ ਜੀ। ਸਗਲੋ ਫੂਕ ਚੂਕੇ ਨੀਲਾ ਬਰ ਤਨਕ ਤਿਸੀ ਤੇ ਰੱਖ ਲਿਆ। ਜਦੋਂ ਲਗਭਗ ਸਾਰੇ ਵਸਤਰ ਨੀਲੇ ਅਗਨ ਭੇਟ ਕਰ ਦਿੱਤੇ, ਥੋੜੀ ਲੀਰ ਬਚ ਗਈ ਹੈ। ਜਮਤਰ ਸੰਗ ਬੰਦ ਕਰ ਸੋ ਪੰਥ ਬੇਕਿਤ ਸਭ ਨੇ ਛਿਆ। ਔਰ ਇੱਕ ਲੀਰ ਸਤਿਗੁਰਾਂ ਨੇ ਆਪਣੇ ਜਮਤਰ ਨਾਲ, ਜੋ ਹੱਥ ਦਾ ਸ਼ਸਤਰ ਹੁੰਦਾ ਨੇੜੇ ਬੱਖੀ 'ਚ ਮਾਰਨ ਵਾਲਾ, ਇੰਨਾ ਕੁ ਲੰਮਾ ਹੁੰਦਾ ਬਸ ਇਹਨਾਂ ਉਂਗਲਾਂ ਵਿੱਚ ਪੈ ਜਾਂਦਾ, ਇਸ ਤਰ੍ਹਾਂ ਵੱਜਦਾ, ਤਾਂ ਉਹ ਸ਼ਸਤਰ ਦੇ ਨਾਲ ਇੱਕ ਲੀਰ ਨੀਲੇ ਰੰਗ ਦੀ ਬੰਨੀ ਹੈ ਪੰਥ ਨੂੰ ਰੰਗ ਦੇਣ ਵਾਸਤੇ। ਚੌਪਈ ਕਹਿਤ ਕੋਲ ਮਮ ਉਰਸ ਦੇਹੂ ਬ੍ਰਿਪੇ ਪਠੀ ਆਪ ਤੁਕ ਏਹੂ। ਮਹਾਰਾਜ ਜੀ ਇਹ ਆਪ ਜੀ ਨੇ ਉਲਟੀ ਪੰਕਤੀ ਕਿਉਂ ਪੜ੍ਹੀ ਹੈ? ਸਿੱਧੀ ਪੰਕਤੀ ਕਿਹੜੀ ਹੈ ਭਲਾ? ਜਦੋਂ ਧੰਨ ਗੁਰੂ ਨਾਨਕ ਦੇਵ ਜੀ ਨੇ ਹਾਜੀ ਦਾ ਰੂਪ ਧਾਰ ਕੇ ਮੱਕੇ ਜਾਣਾ ਕੀਤਾ ਸੀਗਾ, ਤੁਰਕ ਪਠਾਣੀ ਅਮਲ ਕੀਆ, ਆ ਸਾਡੀ ਵਾਰ ਦਾ ਬਚਨ ਹੈ। ਤੇ ਕੌਲ ਹੈ ਕਹਿੰਦੇ ਤੁਸੀਂ ਇਹਦੀ ਉਲਟ ਕਿਉਂ ਪੜ੍ਹੀ ਆ? ਤੁਰਕ ਪਠਾਣੀ ਅਮਲ ਗਿਆ। ਸ਼੍ਰੀ ਨਾਨਕ ਕੋ ਬਾਗ ਅਮੇਟ ਕੋਈ ਨਾ ਮੋਰੇ ਮਹਾ ਸਹੇਟ। ਕਿਉਂਕਿ ਤੁਹਾਡੇ ਪਹਿਲੇ ਜਾਮੇ ਦਾ ਬਚਨ ਹੈ, ਤੁਸੀਂ ਉਹਨੂੰ ਕਿਵੇਂ ਕੱਟ ਦਿੱਤਾ? ਤੁਸੀਂ ਉਹਨੂੰ ਕਿਵੇਂ ਮੇੜ ਦਿੱਤਾ? ਰਿਪੇ ਪਠੇ ਚਾਰੋ ਵਰਨ ਸ਼੍ਰੀ ਹਰਿ ਰਾਏ ਸੁਨੇ ਜਬ ਕਰਨ। ਜਿਸ ਵੇਲੇ ਰਾਮ ਰਾਏ ਨੇ ਬਚਨ ਉਲਟਾ ਪੜ੍ਹਿਆ ਸੀਗਾ, ਰਾਮ ਰਾਏ ਦੇ ਜਦ ਪੁੱਛਿਆ ਸੀ ਔਰੰਗਜ਼ੇਬ ਨੇ ਵੀ ਤੁਸੀਂ ਇਹ ਬਾਣੀ ਜਿਹੜੀ ਹੈ ਇਹਦੇ ਵਿੱਚ ਸਾਡੇ ਉਲਟ ਕਿਉਂ ਲਿਖਿਆ, ਮਿੱਟੀ ਮੁਸਲਮਾਨ ਕੀ, ਉਹਨੇ ਮਿੱਟੀ ਬੇਈਮਾਨ ਕੀ ਕਿਹਾ ਸੀ। ਰਾਮ ਰਾਏ ਕਿਉ ਤਿਆਗੇ ਐਸੇ ਨਿਜ ਮੁਖ ਲਗਨਾ ਦੀਨਸ ਕੈਸੇ। ਤੇ ਉਹਨਾਂ ਨੇ ਰਾਮ ਰਾਏ ਨੂੰ ਤਿਆਗਤਾ ਸੀਗਾ, ਇਹ ਉਲਟਾ ਬਚਨ ਪੜਨ ਕਰਕੇ ਕਹਿਤਾ ਸੀ ਮੇਰੇ ਮੱਥੇ ਨਾ ਲੱਗੇ। ਮੈਂ ਬਿਠਾਇ ਸਗੁਰਤਾ ਗਾਦੀ ਸ਼੍ਰੀ ਹਰਿ ਕ੍ਰਿਸ਼ਨ ਪਏ ਅਹਲਾਦੀ। ਔਰ ਉਹਨੂੰ ਗੱਦੀ ਤੋਂ ਵੀ ਤਿਆਗ ਦਿੱਤਾ ਸੀਗਾ ਤੇ ਹਰਿਕ੍ਰਿਸ਼ਨ ਨੂੰ ਗੱਦੀ ਦੇਤੀ ਸੀ। ਤੁਮਨੇ ਸਗਰੇ ਤੁਕ ਉਲਟਾਈ ਇਮ ਅਨਚਿਤ ਹਮ ਸਹਿ ਨ ਸਕਾਈ। ਤੇ ਤੁਸੀਂ ਤਾਂ ਸਾਰੀ ਤੁਕ ਹੀ ਬਦਲ ਦਿੱਤੀ ਹੈ, ਇਹ ਚੰਗਾ ਨਹੀਂ ਕੀਤਾ। ਸੁਨ ਕਰ ਕਿਰਪਾ ਨਿਦਾਨ ਬਖਾਨਾ ਰਾਮ ਰਾਏ ਕਹਿ ਬੋ ਜਗ ਜਾਨਾ। ਕਹਿੰਦੇ ਠੀਕ ਹੈ, ਰਾਮ ਰਾਏ ਦਾ ਕਿਹਾ ਹੋਇਆ ਤਾਂ ਦੁਨੀਆ ਜਾਣਦੀ ਆ। ਕਰਨ ਤੁਰ ਕੜੇ ਹਿਤ ਖੁਸ਼ਾਮਦ ਹਰ ਖਾਵਨ ਜਿਸ ਦੇ ਬੋ ਆਮਦ। ਉਹਨੇ ਪੰਕਤੀ ਕਿਉਂ ਉਲਟਾਈ ਸੀ ਭਲਾ? ਤੁਰਕਾਂ ਦੀ ਖੁਸ਼ਾਮਦ ਕਰਦਿਆਂ ਹੋਇਆਂ ਵੀ ਔਰੰਗਜ਼ੇਬ ਕਿਤੇ ਮੇਰੇ ਨਾਲ ਵਿਗੜ ਨਾ ਜਾਵੇ। ਸਤਿਗੁਰ ਕੀ ਤੁਕ ਤਿਨ ਉਲਟਾਈ ਭਈ ਸਜਾਏ ਨਾ ਗੁਰਤਾ ਪਾਈ। ਉਹਨੇ ਗੁਰੂ ਦੀ ਤੁਰਕ ਬਦਲੀ ਤੇ ਉਹਨੂੰ ਸਜ਼ਾ ਮਿਲੀ, ਗੁਰਤਾ ਗੱਦੀ ਨਹੀਂ ਮਿਲੀ। ਹਮ ਤੋ ਇਸ ਤੁਕ ਹਿਤ ਉਲਟਾਵਨਾ ਸਕਲ ਸਮਗਰੀ ਕੀਨ ਲੁਟਾਵਨਾ। ਓਏ ਅਸੀਂ ਤਾਂ ਇਹ ਤੁਰਕ ਪਠਾਣਾ ਦਾ ਅਮਲ ਖਤਮ ਕਰਨ ਵਾਸਤੇ ਸਾਰਾ ਪਰਿਵਾਰ ਲੁਟਾ ਦਿੱਤਾ, ਆਨੰਦਪੁਰ ਲੁਟਾ ਦਿੱਤਾ, ਤੁਰਕਾਂ ਦਾ ਜ਼ੁਲਮ ਦਾ ਰਾਜ ਖਤਮ ਕਰਨ ਵਾਸਤੇ। ਭਾਵ ਗੁਰੂ ਆਪਣੀ ਪੰਕਤੀ ਨੂੰ ਆਪ ਬਦਲ ਸਕਦਾ ਹੈ, ਪਹਿਲੇ ਜਾਮੇ ਤੋਂ ਲੈ ਕੇ 10ਵੇਂ ਜਾਮੇ ਤੱਕ। ਜੇ ਪਿਛਲੇ ਜਾਮਿਆਂ 'ਚ ਕੋਈ ਬਚਨ ਕਿਹਾ ਤੇ ਅਗਲੇ ਜਾਮੇ 'ਚ ਜੇ ਬਦਲਣਾ ਚਾਹਿਆ ਤੇ ਬਦਲਿਆ ਵੀ ਆ। ਬਾਬੇ ਨਾਨਕ ਨੇ ਕਿਹਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਤੀਜੇ ਪਾਤਸ਼ਾਹ ਕੋਲੇ ਆ ਕੇ ਲਾਹੌਰ ਦੀ ਸੰਗਤ ਨੇ ਬੇਨਤੀ ਕੀਤੀ ਜੀ ਕਿਰਪਾ ਕਰੋ, ਸਾਡੇ ਤਾਂ ਜ਼ਹਿਰ ਕਹਿਰ ਬਹੁਤ ਵਰਤਦਾ ਲਾਹੌਰ ਵਿੱਚ। ਤੇ ਤੀਜੇ ਪਾਤਸ਼ਾਹ ਨੇ ਫਿਰ ਬਦਲ ਦਿੱਤੀ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਕਹੋ ਸਤਨਾਮ। ਇਹ ਗੁਰੂ ਆਪ ਹੀ ਹੈ ਨਾ, ਪਹਿਲੇ ਜਾਮੇ 'ਚ ਵੀ ਉਹੀ ਆ, 10ਵੇਂ ਜਾਮੇ 'ਚ ਵੀ ਉਹੀ ਆ। ਆਪ ਦੀ ਬਚਨ ਆਪ ਤਾਂ ਬਦਲ ਸਕਦੇ ਆ ਨਾ, ਕੋਈ ਦੂਜਾ ਸਾਡੇ ਬਚਨ ਨੂੰ ਨਹੀਂ ਕੱਟ ਸਕਦਾ। ਕਹੋ ਸਤਨਾਮ। ਇਸ ਕਰਕੇ ਪਾਤਸ਼ਾਹ ਕਹਿਣ ਲੱਗੇ ਓਏ ਰਾਮ ਰਾਏ ਨੇ ਤਾਂ ਤੁਰਕਾਂ ਦੀ ਖੁਸ਼ਾਮਦ ਕਰਦਿਆਂ ਪੰਕਤੀ ਬਦਲੀ ਸੀ,
ਪਰ ਮੈਂ ਇਹ ਪੰਕਤੀ ਬਦਲਣ ਤੋਂ ਪਹਿਲਾਂ ਸਭ ਕੁਝ ਲੁਟਾ ਚੁੱਕੇ ਹਾਂ। ਕਹੋ ਸਤਿਨਾਮ। ਸ੍ਰੀ ਵਾਹਿਗੁਰੂ। ਆਨੰਦਪੁਰ ਲੁਟਾ ਦਿੱਤਾ, ਸਮਗਰੀ ਲੁਟਾ ਦਿੱਤੀ, ਪਰਿਵਾਰ ਲਾ ਦਿੱਤਾ ਹੈ। ਚਾਰੋ ਪੂਤ ਦੇਸ ਕਾਜੋ, ਕੌਣ ਗਿਨੇ ਸਭ ਸਦਨ ਸਮਾਜੋ। ਔਰ ਸਮਾਨ ਤਾਂ ਗਿਣੇ ਕਿਹੜਾ, 4 ਪੁੱਤਰ ਵੀ ਵਾਰ ਦਿੱਤੇ। ਨਾਸ਼ ਕਰਿਓ ਸਰਬੰਸ ਸਮੇਤੇ, ਅਬ ਬੀਨੈ ਉਲਟਾਵਨ ਦੇਤੇ। ਮੈਂ ਸਾਰਾ ਪਰਿਵਾਰ ਲਾ ਦਿੱਤਾ, ਸਰਬੰਸ ਲਾ ਦਿੱਤਾ, ਹਜੇ ਵੀ ਮੈਂ ਇਸ ਪੰਕਤੀ ਨੂੰ ਬਦਲ ਨਹੀਂ ਸਕਦਾ। ਸ੍ਰੀ ਬਾਬਾ ਨਾਨਕ ਬਚ ਭਾਖਾ, ਪਿਓ ਬਿਦਤ ਜਗ ਮੈਂ ਸਭ ਲਾਖਾ। ਬਾਬੇ ਨਾਨਕ ਦੇ ਬਚਨ ਨੂੰ ਸਾਰੀ ਦੁਨੀਆ ਜਾਣਦੀ ਹੈ, ਤੇ ਕੋਈ ਸ਼ੱਕ ਨਹੀਂ। ਮੁਗਲ ਪਠਾਨ ਰਾਜ ਕਲ ਕਾਲਾ, ਸਭ ਅਵਨੀ ਮੈਂ ਤੇਜ ਵਿਸਾਲਾ। ਉਹਨਾਂ ਨੇ ਇਹ ਰਾਜ ਦਿੱਤਾ ਸੀਗਾ ਮੁਗਲਾਂ ਨੂੰ, ਪਰ ਹੁਣ ਮੈਂ ਰਾਜ ਵਾਪਸ ਲੈਣਾ ਹੈ। ਮੈਂ ਉਦੋਂ ਦੀ ਗੱਲ ਯਾਦ ਕਰਕੇ ਸਮਾਪਤੀ ਵੱਲ ਹੋਵਾਂ, ਜਿਸ ਵੇਲੇ ਮਰਦਾਨੇ ਨੇ ਕਿਹਾ, ਮਹਾਰਾਜ ਤੁਸੀਂ ਇਹ ਕੀ ਦੇਤਾ ਬਾਬਰ ਨੂੰ? 7 ਮੁੱਠਾਂ ਚੱਕ ਚੱਕ ਕੇ ਉਹਦੀ ਝੋਲੀ 'ਚ ਪਾਈ ਜਾਂਦੇ ਆ। 7 ਵਾਰੀ ਪਾਤਾ, ਜੋ ਵੀ ਸਮਾਨ ਉਹਨੇ ਲਿਆ ਕੇ ਮੱਥਾ ਟੇਕਿਆ, ਕੁਛ ਵੀ ਟੇਕਿਆ। ਭੰਗ ਕਹਿੰਦੇ ਵੀ ਉਹਨਾਂ ਨੇ ਭੰਗ ਲਿਆ ਕੇ ਮੱਥਾ ਟੇਕਤਾ, ਚਲੋ ਕੁਛ ਵੀ ਟੇਕਿਆ ਪ੍ਰਸ਼ਾਦ ਦੇ ਰੂਪ 'ਚ, ਕਿਉਂਕਿ ਸਾਧ ਲੋਕ ਖਾਂਦੇ ਪੀਂਦੇ ਸੀ ਚੀਜ਼ਾਂ। ਇਹ ਹੁਣ ਸੋਚਿਆ ਵੀ ਖਾਂਦਾ ਪੀਂਦਾ ਹੋਊਗਾ, ਪਰ ਬਾਬੇ ਨੇ ਮੋੜ ਕੇ ਉਹਦੀ ਝੋਲੀ 'ਚ ਹੀ ਪਾਤੀ ਉਹ। ਤੇ ਮਰਦਾਨਾ ਕਹਿੰਦਾ ਜੀ ਇਹ ਕੀ ਕੀਤਾ? ਕਹਿੰਦੇ ਮੈਂ ਬਾਬਰ ਨੂੰ 7 ਕੁਲਾਂ ਦਾ ਰਾਜ ਦੇਤਾ। ਤੇ ਵਾਹ ਮਹਾਰਾਜ ਸਿੱਖਾਂ ਵਾਸਤੇ ਕੀ ਰੱਖਿਆ? ਕਹਿੰਦੇ ਮਰਦਾਨਿਆਂ ਹੁਣ ਤਾਂ ਦੇਤਾ, ਹੁਣ ਤਾਂ 7 ਸੀਸ ਦੇ ਕੇ ਵਾਪਸ ਲੈਣਾ ਪਊਗਾ। ਉਹ 7 ਸੀਸ ਲਾ ਕੇ ਅੱਜ ਇਹ ਬਚਨ ਬਦਲ ਕੇ ਸਤਿਗੁਰ ਨੇ ਦੂਜੋਂ ਕੀਤਾ। ਤੁਰਕ ਪਠਾਣੀ ਅਮਲ ਗਿਆ, ਨੀਲ ਬਸਤਰ ਲੈ ਕੱਪੜੇ ਫਾੜੇ, ਤੁਰਕ ਪਠਾਣੀ ਅਮਲ ਗਿਆ। ਕਹਿੰਦੇ ਮੈਂ ਸਾਰਾ ਕੁਝ ਲੁਟਾ ਕੇ ਇਸ ਬਚਨ ਨੂੰ ਬਦਲ ਕੇ ਹੁਣ ਮੈਂ ਜ਼ੁਲਮ ਦੇ ਰਾਜ ਨੂੰ ਖਤਮ ਕਰਨ ਵਾਸਤੇ ਬਚਨ ਕੀਤੇ ਹਨ। ਕੌਲ ਰਾਏ ਮੁਗਲ ਪਠਾਨ ਰਾਜ ਕਲ ਕਾਲਾ, ਸਭ ਅਵਨੀ ਮੈਂ ਤੇਜ ਵਿਸਾਲਾ। ਇਹ ਜਿਹੜਾ ਧਰਤੀ ਤੇ ਮੁਗਲਾਂ ਦਾ ਤੇਜ ਵਿਸਾਲ ਰਾਜ ਹੈ, ਮੈਂ ਇਹਨੂੰ ਖਤਮ ਕਰਨ ਵਾਸਤੇ ਬਚਨ ਕੀਤੇ। ਅੱਗੇ ਹੋਰ ਬਚਨ ਕਰਦੇ ਇਸ ਵਿਸ਼ੇ ਤੇ, ਇਹ ਆਪਾਂ ਕੱਲ ਨੂੰ ਸਾਂਝੇ ਕਰਾਂਗੇ। ਬੋਲਦਿਆਂ ਨੇ ਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश, हे पूरन हे सर्वमय जन गुणतास। हे संगी हे निरंकार हे निर्गुण सब टेक। हे गोविंद हे गुण निदान जाके सदा विवेक। हे अपरंपर हर हरे हो बनहार। हे संत कै सदा संग आधार। हे ठाकुर हों दासरो निर्गुण गुण नहीं कोय। नानक दीजै नाम दान परोए। आए प्रभ शरणागति नित दयाल। एक अखर हर मन बसत होत निहाल। एक अंकारा सतगुरु प्रसाद सच हुए। वाहिगुरु जी की फतेह है। विनाशन सोए। वाहिगुरु जी की फतेह है। विनाशन सोए। वाहिगुरु जी का खालसा वाहिगुरु जी की फतेह। बहुत बहुत धन्यवाद सर्व संगतां जिन्हां ने हाजरियां